सतनाम वाहिगुरु साहिब जीओ। जन्म जन्म भरमत फिरियो, मिट्यो ना जम को त्रास। कहो नानक हर भज मना, निर्भय पावह बास। जन्म जन्म भरमत फिरियो, मिट्यो ना जम को त्रास। कहो नानक हर भज मना, निर्भय पावह बास। जतन बहुत मैं कर रहियो, मिट्यो न मन को मान। दुर्मत स्यों नानक फदयो, राख लेहो भगवान। जतन बहुत मैं कर रहियो, मिट्यो न मन को मान। दुर्मत स्यो नानक फदयो, राख लेहो भगवान। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह जी, हलत पलत दे रखियक अंतरजामी सर्व कला समरथ सतगुरु गुरु ग्रंथ साहिब पातशाह जी दे चरना अंदर सुभाईमान गुरु रूप साध संगत जीओ। आप जी ने गुरु तेग बहादुर साहिब पातशाह जी दे मुबारक मुख तो उचारण कीती हुई बाणी विचों दो श्लोक 33 और 34 नंबर ਸਰਵਣ ਕੀਤੇ ਹਨ। ਇਹਨਾਂ ਦੋਹਾਂ ਸ਼ਲੋਕਾਂ ਵਿੱਚ ਸਤਿਗੁਰਾਂ ਨੇ ਸੰਖੇਪ ਜੋ ਬਚਨ ਕੀਤੇ ਕਿ ਕਈ ਜਨਮਾਂ ਤੋਂ ਭਟਕ ਭਟਕ ਕੇ ਵਿਚਰ ਵਿਚਰ ਕੇ ਜਨਮ ਲੈ ਕੇ ਭਰਮ ਕੇ ਹਰ ਇੱਕ ਥਾਂ ਤੇ ਜਨਮ ਹੋਇਆ ਔਰ ਜਨਮ ਤੋਂ ਬਾਅਦ ਵਾਰ-ਵਾਰ ਅਸੀਂ ਮੌਤ ਦਾ ਸ਼ਿਕਾਰ ਬਣਦੇ ਰਹੇ, ਪਰ ਕਦੀ ਵੀ ਇਸ ਮੌਤ, ਜਮ ਦਾ ਤਰਾਸ, ਜਮ ਦਾ ਡਰ ਕਦੀ ਜੀਵਨ ਵਿੱਚੋਂ ਮਿਟਿਆ ਹੀ ਨਹੀਂ। ਫਿਰ ਇਹ ਮੌਤ ਦਾ ਡਰ, ਮੌਤ ਦਾ ਭੈ ਕਿਵੇਂ ਮਿਟੇਗਾ? ਸਤਿਗੁਰੂ ਕਹਿ ਰਹੇ ਨੇ, ਹੇ ਮੇਰੇ ਮਨ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭਜਨ ਕਰ। ਜੇ ਤੂੰ ਉਸ ਦੇ ਨਾਮ ਦਾ ਭਜਨ ਕਰੇਗਾ ਤੇ ਭਜਨ ਕਰਦਿਆਂ ਕਰਦਿਆਂ ਇੱਕ ਦਿਨ ਐਸੀ ਅਵਸਥਾ ਤੈਨੂੰ ਮਿਲ ਜਾਏਗੀ ਜਿਸ ਨੂੰ ਨਿਰਭੈ ਬਾਸ ਕਿਹਾ ਹੈ। ਨਿਰਭੈ ਦਾ ਮਤਲਬ ਹੈ ਜਿੱਥੇ ਮੌਤ ਦਾ ਡਰ ਨਹੀਂ ਹੈ, ਮੌਤ ਨੂੰ ਜਿੱਥੇ ਸਰ ਕਰ ਲਿਆ ਜਾਂਦਾ ਹੈ। ਫਿਰ ਅਗਲੇ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਇਸ ਡਰ ਦਾ ਕਾਰਨ ਦੱਸਿਆ। ਉਹ ਦੋ ਕਾਰਨ ਹਨ। ਇੱਕ ਤੇ ਮਨ ਦਾ ਮਾਣ, ਕਹਿੰਦੇ ਮੈਂ ਅਨੇਕ ਯਤਨ ਕੀਤੇ, ਅਨੇਕ ਯਤਨ ਕਰਨ ਤੋਂ ਬਾਅਦ ਵੀ
ਮੇਰੇ ਮਨ ਦੇ ਵਿੱਚੋਂ ਸੂਖਸ਼ਮ ਅਹੰਕਾਰ ਮਨ ਦਾ ਮਾਨ ਨਾ ਮਿਟਿਆ। ਤੇ ਦੂਸਰਾ ਦੁਰਮਤ ਦੇ ਨਾਲ ਮਨ ਫਸਿਆ ਰਿਹਾ। ਦੁਰਮਤ ਦਾ ਭਾਵ ਹੈ ਮਤ ਦੇ ਵਿੱਚ ਸੰਸਾਰ ਦੀ ਪਕੜ ਦਾ ਚਿੱਕੜ ਭਰਿਆ ਹੋਣਾ। ਉਹ ਕਦੀ ਅੰਦਰੋਂ ਗਈ ਨਹੀਂ, ਉਹਦੇ ਕਰਕੇ ਭਟਕਣਾ ਬਣੀ ਰਹੀ, ਉਹਦੇ ਕਰਕੇ ਜਨਮ ਮਰਨ ਦਾ ਗੇੜ, ਉਹਦੇ ਕਰਕੇ ਹੀ ਸਾਰੇ ਦੁੱਖ। ਇਹ ਇਹਨਾਂ ਦੋ ਸ਼ਲੋਕਾਂ ਦੇ ਆਖਰੀ ਅਰਥ ਹਨ। ਆਓ ਹੁਣ ਇਹਨਾਂ ਦੇ ਵਿਸਤਾਰ ਵਿੱਚ ਜਾਣਨ ਦਾ ਯਤਨ ਕਰੀਏ। ਸਤਿਗੁਰੂ ਅੱਜ ਦੇ ਸ਼ਲੋਕ ਵਿੱਚ ਕਈ ਜਨਮਾਂ ਦਾ ਗੇੜ, ਕਈ ਜਨਮਾਂ ਦਾ ਭਰਮਣ ਦੱਸ ਰਹੇ ਨੇ। ਸਤਿਗੁਰੂ ਜੀ ਦੀ ਬਾਣੀ ਵਿੱਚ ਅਨੇਕ ਜਨਮਾਂ ਵਿੱਚ ਭਟਕਣ ਦੀ ਵਾਰਤਾ ਵਾਰ-ਵਾਰ ਕਹੀ ਗਈ ਹੈ। ਵੈਸੇ ਪਹਿਲਾ ਜਨਮ ਪਰਮਾਤਮਾ ਦੀ ਮਰਜ਼ੀ ਨਾਲ ਹੋਇਆ ਔਰ ਇੱਕ ਇਹ ਵੀ ਵਿਗਿਆਨ ਹੈ ਜਨਮ ਦਾ। ਇਹ ਸਿਧਾਂਤ ਹੈ ਕਿ ਜਿੰਨਾ ਚਿਰ ਮਨੁੱਖ ਦੇ ਮਨ ਵਿੱਚ ਕੋਈ ਇੱਛਾ ਨਾ ਹੋਵੇ, ਕੋਈ ਵਾਸ਼ਨਾ ਨਾ ਹੋਵੇ, ਉਹਨਾਂ ਚਿਰ ਮਨੁੱਖ ਨੂੰ ਸਰੀਰ ਨਹੀਂ ਮਿਲ ਸਕਦਾ। ਇੱਛਾ ਹੋਣ ਤੋਂ ਬਾਅਦ ਹੀ ਸਰੀਰ ਬਣੇਗਾ। ਜਿਸ ਵਕਤ ਹੁਣ ਅਸੀਂ ਜੀ ਰਹੇ ਹਾਂ ਇਸ ਧਰਤੀ ਤੇ ਇਹ ਫੈਸਲਾ ਲੈਣਾ ਕੋਈ ਬਹੁਤਾ ਔਖਾ ਨਹੀਂ ਕਿ ਆਉਣ ਵਾਲਾ ਸਰੀਰ ਕਿਵੇਂ ਦਾ ਹੋਵੇਗਾ, ਕਿਉਂਕਿ ਪਹਿਲਾ ਸਰੀਰ ਬਿਨਸਨ ਤੋਂ ਪਹਿਲਾਂ ਬੰਦੇ ਦੇ ਇਸੇ ਸਰੀਰ ਵਿੱਚ ਨਵੇਂ ਸਰੀਰ ਦਾ ਜਨਮ ਹੋ ਜਾਂਦਾ ਹੈ। ਜਿਵੇਂ ਦੇ ਸਰੀਰ ਵਿੱਚ ਉਹਨੇ ਜਾਣਾ ਹੈ ਉਵੇਂ ਦੀ ਉਹਦੀ ਇੱਛਾ ਸਰੂਪ ਧਾਰਨ ਕਰ ਜਾਂਦੀ ਹੈ, ਉਵੇਂ ਦੀ ਵਾਸ਼ਨਾ ਉਹਦੇ ਵਿੱਚ ਬਣ ਜਾਂਦੀ ਹੈ। ਉਸੇ ਤਰ੍ਹਾਂ ਦਾ ਅੰਦਰਲਾ ਸਰੂਪ, ਅੰਦਰਲਾ ਸਰੀਰ ਘੜਿਆ ਜਾਂਦਾ ਹੈ। ਫਿਰ ਕੁਦਰਤ ਕੀ ਕਰਦੀ ਹੈ, ਸਰੀਰ ਦੇ ਬਿਨਸਨ ਤੋਂ ਬਾਅਦ, ਮਰਨ ਤੋਂ ਬਾਅਦ ਕਹਿ ਲਈਏ, ਜਿਵੇਂ ਦਾ ਸਾਡਾ ਅੰਦਰਲਾ ਸਰੂਪ ਬਣਿਆ ਹੋਵੇਗਾ, ਕੁਦਰਤ ਉਸੇ ਥਾਂ ਤੇ ਸਾਨੂੰ ਜਨਮ ਦੇ ਦੇਗੀ। ਜੇ ਤੇ ਇਸ ਜੀਵਨ ਦੇ ਦੌਰਾਨ ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਨਾਲ ਲਿਵ ਲਾਈ, ਉਹਦੇ ਨਾਮ ਦੇ ਨਾਲ ਸੁਰਤ ਜੋੜੀ, ਜਿਨ੍ਹਾਂ ਦਾ ਅੰਦਰੋਂ ਬਾਹਰੋਂ ਜੀਵਨ ਸਵੱਛ ਉੱਚਾ ਹੈ, ਉਹ ਬਣ ਗਏ ਸ਼ਬਦ ਦਾ ਸਰੂਪ, ਉਹ ਬਣ ਗਏ ਪਰਮਾਤਮਾ ਦਾ ਰੂਪ। ਤੇ ਇਹਦੇ ਵਿੱਚ ਫਿਰ ਕੋਈ ਸੰਸਾ ਨਹੀਂ ਕਿ ਇਹ ਸਰੀਰ ਟੁੱਟਾ ਨਹੀਂ ਤੇ ਉਹ ਪਰਮਾਤਮਾ ਵਰਗੇ ਹੋ ਗਏ। ਉਹਦੇ ਵਿੱਚ ਉਹਨਾਂ ਨੂੰ ਜਨਮ ਮਿਲਿਆ, ਉਹਦੇ ਵਿੱਚ ਨਿਵਾਸ ਹੋ ਗਿਆ। ਜਿਵੇਂ ਦੀ ਵਾਸ਼ਨਾ ਹੈ ਉਵੇਂ ਦਾ ਸਰੀਰ ਮਿਲੇਗਾ ਔਰ ਇਹ ਸਰੀਰ ਵੀ ਵਾਸ਼ਨਾ ਕਰਕੇ ਮਿਲਿਆ। ਪਰ ਜਿਹੜਾ ਪਹਿਲਾ ਜਨਮ ਸੀ ਸਾਡਾ, ਸਭ ਤੋਂ ਪਹਿਲਾਂ, ਉਹ ਵੀ ਵਾਸ਼ਨਾ ਕਰਕੇ ਸੀ, ਪਰ ਉਹ ਵਾਸ਼ਨਾ ਸਾਡੀ ਆਪਣੀ ਨਹੀਂ ਸੀ। ਪਰਮਾਤਮਾ ਨੇ ਸਾਡੇ ਵਿੱਚ ਪਾਈ ਤਾਂ ਜਨਮ ਹੋਇਆ, ਨਹੀਂ ਤੇ ਜਨਮ ਨਹੀਂ ਸੀ ਹੋ ਸਕਦਾ। ਉਹਨੇ ਆਪਣੇ ਵਿੱਚੋਂ ਸਾਨੂੰ ਬਣਾਇਆ। ਪਹਿਲਾ ਜਨਮ ਕਰਮਾਂ ਕਰਕੇ ਨਹੀਂ ਹੈ, ਕਿਉਂਕਿ ਕਰਮਾਂ ਦਾ ਕਿਤੋਂ ਆਦ ਹੁੰਦਾ ਹੈ। ਕਰਮ ਕਿਤੇ ਨਾ ਕਿਤੇ ਸਰੀਰ ਧਾਰਨ ਕਰਕੇ ਮਿਲਦੇ ਨੇ। ਅਸੀਂ ਕਰਨੇ ਆ ਤੇ ਉਵੇਂ ਦਾ ਸਾਡਾ ਮਨ ਬਣਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਨੇ ਆ ਕਿ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਕੁਝ ਲੋਕ ਐਸੇ ਨੇ ਜਿਨ੍ਹਾਂ ਦਾ ਜਨਮ ਕਰਮ ਅਧੀਨ ਨਹੀਂ, ਪਰ ਵਾਸ਼ਨਾ ਉਹਨਾਂ ਦੇ ਵਿੱਚ ਵੀ ਹੈ, ਭਾਵੇਂ ਪਰਮਾਤਮਾ ਹੀ ਜਗਾਏ ਆਪਣੇ ਵੱਲੋਂ। ਤਾਂ ਇਹ ਚੀਜ਼ ਸਾਨੂੰ ਲੱਭਣੀ ਪਏਗੀ ਕਿ ਸਾਡੇ ਪਹਿਲੇ ਜਨਮ ਦੀ ਵਾਸ਼ਨਾ ਕਿਹੜੀ ਸੀ। ਜਿਸ ਬੰਦੇ ਦੀ ਇਹ ਪਕੜ ਆ ਗਈ, ਉਹਨੂੰ ਜੀਵਨ ਦਾ ਤੱਤ ਸਮਝ ਵਿੱਚ ਆ ਗਿਆ। ਸਾਡੇ ਜਨਮ ਦੀ ਪਹਿਲੀ ਵਾਸ਼ਨਾ ਕਿਹੜੀ ਸੀ? ਪਹਿਲਾ ਜਨਮ ਜਦੋਂ ਲਿਆ, ਕਿਉਂਕਿ ਅਗਲੇ ਜਨਮ ਤੇ ਗੁਰੂ ਸਾਹਿਬ ਨੇ ਕਈ ਗਿਣੇ ਨੇ, ਇੱਥੋਂ ਤੱਕ ਵੀ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਅੰਦਰ ਪਸ਼ੂਆਂ ਦੀਆਂ ਬਿਰਤੀਆਂ ਨੇ ਸਾਡੇ। ਉਹਦਾ ਕਾਰਨ ਹੋਰ ਕੋਈ ਨਹੀਂ। ਜਿਹੜੇ ਜਿਹੜੇ ਸਰੀਰ ਅਸੀਂ ਧਾਰੇ ਨੇ, ਉਹ ਸਰੀਰ ਜਦੋਂ ਜਦੋਂ ਬਿਨਸਦੇ ਰਹੇ, ਉਹਨਾਂ ਸਰੀਰਾਂ ਦਾ ਸੂਖਸ਼ਮ ਸੁਭਾਅ ਸਾਡੇ ਸੁਭਾਅ ਦੇ ਵਿੱਚ ਆਉਂਦਾ ਗਿਆ, ਉਵੇਂ ਦਾ ਸੁਭਾਅ ਬਣਦਾ ਗਿਆ। ਤੇ ਅੱਜ ਸਾਨੂੰ ਮਨੁੱਖਾ ਸਰੀਰ ਮਿਲਿਆ, ਹੁਣ ਇਹਦੇ ਅੰਦਰ ਵੀ ਕੁਦਰਤੀ ਤੌਰ ਤੇ ਉਹ ਸੁਭਾਅ ਮੌਜੂਦ ਨੇ। ਸਾਡੇ ਵਿੱਚ ਗੁਰਬਾਣੀ ਦੇ ਅੰਦਰ
ਪੰਛੀਆਂ ਦੇ ਸੁਭਾਅ ਔਰ ਪਸ਼ੂਆਂ ਦੇ ਸੁਭਾਅ ਲਿਖੇ ਹੋਏ ਨੇ। ਆਪ ਜੀ ਬਾਣੀ ਪੜ੍ਹ ਕੇ ਵੇਖਣਾ, ਸਾਡੇ ਇਸ ਮਨੁੱਖੀ ਤਨ ਦੇ ਅੰਦਰ ਹੀ ਬਹੁਤ ਸਾਰੇ ਪਸ਼ੂਆਂ ਦੇ ਸੁਭਾਅ ਜਿਉਂਦੇ ਨੇ। ਤੇ ਧਰਮ ਦੀ ਸਾਧਨਾ ਕੀ ਹੈ? ਧਰਮ ਦੀ ਕੀ ਸਾਧਨਾ ਹੈ? ਧਰਮ ਦੀ ਕਮਾਈ ਕਿਹਨੂੰ ਕਹਿੰਦੇ ਨੇ? ਅਸੀਂ ਕਹਿੰਦੇ ਧਰਮ ਕਮਾਈਏ, ਨਾਮ ਕਮਾਈਏ, ਗੁਰਬਾਣੀ ਨੂੰ ਕਮਾਈਏ। ਗੁਰਬਾਣੀ ਨੂੰ ਕਮਾਉਣਾ ਕੀ, ਧਰਮ ਨੂੰ ਕਮਾਉਣਾ ਕੀ ਹੈ? ਇਸ ਜੀਵਨ ਦੇ ਵਿੱਚੋਂ ਪਸ਼ੂਆਂ ਨੂੰ ਕੱਢਣਾ, ਪਸ਼ੂਆਂ ਦੀਆਂ ਬਿਰਤੀਆਂ ਨੂੰ ਬਾਹਰ ਕੱਢਣਾ, ਇਹੀ ਹੈ ਧਰਮ। ਜਿਹੜਾ ਆਦਮੀ ਆਪਣੇ ਇਸ ਮਨੁੱਖੀ ਜਾਮੇ ਦੇ ਵਿੱਚੋਂ ਪਸ਼ੂਆਂ ਵਾਲੀਆਂ ਬਿਰਤੀਆਂ ਨੂੰ ਕੱਢਣ ਵਿੱਚ ਕਾਮਯਾਬ ਹੋ ਗਿਆ, ਉਸੇ ਨੂੰ ਕਹਿੰਦੇ ਨੇ ਇਹ ਬ੍ਰਹਮ ਗਿਆਨੀ ਹੈ, ਇਹ ਪ੍ਰਮਾਤਮਾ ਦਾ ਰੂਪ ਬਣ ਗਿਆ ਹੈ। ਪਸ਼ੂਆਂ ਦੀਆਂ ਬਿਰਤੀਆਂ ਨੇ ਕੱਢ ਦਿੱਤੀਆਂ, ਅੰਦਰ ਆਦਤਾਂ ਨੇ ਸਾਡੇ ਬਣੀਆਂ ਹੋਈਆਂ, ਉਹਨਾਂ ਨੂੰ ਜਿਉਂ-ਜਿਉਂ ਅਸੀਂ ਕੱਢਾਂਗੇ ਤੇ ਸਾਡਾ ਸ਼ੁੱਧ ਸਰੂਪ ਆਪਣਾ ਆਪ ਪ੍ਰਗਟ ਹੋਣਾ ਸ਼ੁਰੂ ਹੋ ਜਾਏਗਾ। ਸਾਡੇ ਅੰਦਰ ਬਹੁਤ ਸਾਰੀਆਂ ਪਸ਼ੂਆਂ ਦੀਆਂ ਬਿਰਤੀਆਂ ਨੇ, ਜਿਵੇਂ ਕਿ ਲੋਭ ਦਾ ਲੋੜ ਤੋਂ ਵੱਧ ਜਾਣਾ, ਆਪਣੇ ਕੋਲ ਹੋਣਾ ਤੇ ਦੂਸਰੇ ਦਾ ਖੋਣਾ। ਹਜ਼ੂਰ ਕਹਿੰਦੇ ਨੇ ਮਨੁੱਖ ਦਾ ਸੁਭਾਅ ਨਹੀਂ, ਇਹ ਸੁਭਾਅ ਕੂਕਰ ਦਾ ਹੈ। ਇਸ ਬੰਦੇ ਦੇ ਸਰੀਰ ਵਿੱਚ ਕੂਕਰ ਦੀ ਬਿਰਤੀ, ਕੂਕਰ ਦਾ ਸੁਭਾਅ ਕੰਮ ਕਰ ਰਿਹਾ ਹੈ। ਉਹਨੂੰ ਮਾਰਨਾ ਹੈ, ਉਹਨੂੰ ਖਤਮ ਕਰਨਾ ਹੈ। ਫਿਰ ਅੱਠੇ ਪੈਰ ਅੰਦਰੋਂ ਈਰਖਾ ਦੇ ਵਿੱਚ ਰਹਿਣਾ, ਜਲਦੇ ਬੜ ਸੜਦੇ ਰਹਿਣਾ, ਇਹ ਸਰਪ ਦਾ ਸੁਭਾਅ ਹੈ। ਬਿਨਾਂ ਕਾਰਨ ਤੋਂ ਅੰਦਰੋਂ ਈਰਖਾ ਵਿੱਚ ਰਹਿਣਾ, ਇਹ ਸਰਪ ਬਿਰਤੀ ਬੰਦੇ ਦੇ ਅੰਦਰ। ਇਸੇ ਤਰ੍ਹਾਂ ਹੋਰ ਕਈ ਬਿਰਤੀਆਂ ਨੇ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਬਚਨ ਆਉਣਗੇ, ਸ਼ੂਕਰ ਬਿਰਤੀ ਹੈ, ਕੂਕਰ ਦੀ ਬਿਰਤੀ ਹੈ। ਕੂਕਰ ਦੀ ਬਿਰਤੀ ਹੈ ਤੇ ਕੂਕਰ ਵੀ ਕਈ ਪ੍ਰਕਾਰ ਦਾ, ਦਰ ਤੇ ਡੋਲਣ ਵਾਲਾ। ਇਸ ਤਰ੍ਹਾਂ ਦੀਆਂ ਬਿਰਤੀਆਂ ਸਾਡੇ ਵਿੱਚ ਮੌਜੂਦ ਨੇ, ਜਿਹੜੀਆਂ ਪਰਤ ਕੇ ਸਾਨੂੰ ਜਨਮ ਦਿੰਦੀਆਂ ਨੇ। ਤੇ ਕਈ ਵਾਰੀ ਇਹਨਾਂ ਨੂੰ ਕੱਢਣ ਲੱਗਿਆਂ ਇੰਜ ਪ੍ਰਤੀਤ ਹੁੰਦਾ ਹੈ ਕਿ ਵਾਕਈ ਸਰੀਰ ਧਾਰ ਕੇ ਕੋਈ ਬਿਰਤੀ ਸਾਡੇ ਵਿੱਚ ਬੈਠੀ ਹੋਈ ਹੈ। ਇਹ ਵੀ ਭੁਲੇਖਾ ਪੈ ਜਾਂਦਾ ਹੈ। ਇਸ ਕਰਕੇ ਜਿਹੜੀ ਪਹਿਲੀ ਵਾਸ਼ਨਾ ਸਾਡੀ, ਜੋ ਸਤਿਗੁਰੂ ਨੇ ਲਿਖੀ ਹੈ, ਜਦੋਂ ਬੰਦੇ ਨੂੰ ਪਹਿਲੀ ਵਾਰੀ ਬਣਾਇਆ, ਉਸ ਵੇਲੇ ਦੀ ਵਾਸ਼ਨਾ ਨੂੰ ਜਿਹਨੇ ਲੱਭ ਲਿਆ, ਉਹ ਵਾਸ਼ਨਾ ਬੜੀ ਧੁੱਪੀ ਹੋਈ ਸੀ, ਬੜੀ ਪਵਿੱਤਰ ਸੀ, ਜਿਸ ਕਰਕੇ ਸਾਨੂੰ ਪਹਿਲਾ ਜਨਮ ਮਿਲਿਆ ਹੈ। ਉਹਦੇ ਵਿੱਚ ਕੋਈ ਮੈਲ ਨਹੀਂ ਸੀ ਉਹਦੇ ਅੰਦਰ, ਕਿਉਂਕਿ ਜ਼ਰੂਰੀ ਨਹੀਂ ਕਿ ਇੱਛਾ ਸਾਰੀਆਂ ਮੈਲੀਆਂ ਹੁੰਦੀਆਂ ਨੇ। ਇੱਛਾ ਸਾਰੀਆਂ ਮੈਲੀਆਂ ਨਹੀਂ, ਬਹੁਤ ਸਾਰੀਆਂ ਇੱਛਾਵਾਂ ਸਾਡੀਆਂ ਜਿਹੜੀਆਂ ਨੇ ਸ਼ੁਭ ਨੇ, ਧੁੱਪੀਆਂ ਹੋਈਆਂ ਨੇ, ਉਹਨਾਂ ਵਿੱਚ ਮੈਲ ਨਹੀਂ ਹੈ। ਉਹ ਕਿਹੜੀ ਇੱਛਾ ਸੀ ਜਿਹਦੇ ਕਰਕੇ ਸਾਨੂੰ ਪਹਿਲਾ ਮਨੁੱਖੀ ਤਨ ਮਿਲਿਆ? ਪਰਮਾਤਮਾ ਨੇ ਜਦੋਂ ਪਹਿਲਾ ਮਨੁੱਖ ਬਣਾਇਆ, ਉਹ ਕਿਹੜੀ ਇੱਛਾ ਸੀ? ਉਹ ਇੱਛਾ ਸੀ ਮਨੁੱਖ ਦੇ ਜਿਹਨ ਦੇ ਅੰਦਰ ਪ੍ਰੇਮ ਕਰਨ ਦੀ ਵਾਸ਼ਨਾ। ਪ੍ਰੇਮ ਦੀ ਵਾਸ਼ਨਾ ਪਰਮਾਤਮਾ ਨੇ ਬੰਦੇ ਦੇ ਮਨ ਵਿੱਚ ਆਪ ਪਾਈ ਹੈ, ਡੂੰਘੇ ਥਾਂ ਤੇ ਪਾਈ ਏ। ਤੇ ਬੰਦੇ ਦਾ ਜਿਹੜਾ ਜਮਾਂਦਰੂ ਸੁਭਾਅ ਹੈ, ਜਿਹਨੂੰ ਕਹਿੰਦੇ ਇਸ ਬੰਦੇ ਦਾ ਸੁਭਾਅ ਤੇ ਜਮਾਂਦਰੂ ਹੀ ਇਸ ਤਰ੍ਹਾਂ ਹੈ, ਜਾਂ ਅਸੀਂ ਕਹਿ ਦਿੰਦੇ ਜਮਾਂਦਰੂ ਇਹਦਾ ਰੋਗ ਹੀ ਇਹ ਹੈ। ਇਹਦਾ ਜਿਹੜਾ ਸਭ ਤੋਂ ਪਹਿਲਾ ਤੇ ਓਰੀਜਨਲ ਤੇ ਅਸਲੀ ਸਰੂਪ ਹੈ, ਅਸਲੀ ਸੁਭਾਅ ਹੈ, ਉਹ ਗੁਰੂ ਕੇ ਸਵਾਰਿਓ, ਉਹ ਹੈ ਪ੍ਰੇਮ ਕਰਨਾ। ਪਰ ਜਦੋਂ ਇਹ ਜਨਮ ਲੈਂਦਾ ਹੈ, ਉਹ ਪ੍ਰੇਮ ਕਈ ਪਾਸਿਆਂ ਵੱਲ ਖਿੱਲਰ ਜਾਂਦਾ ਹੈ। ਉਹ ਪ੍ਰੇਮ ਕਿਤੇ ਕਾਮ ਬਣ ਜਾਂਦਾ ਹੈ, ਉਹ ਪ੍ਰੇਮ ਕਿਤੇ ਕ੍ਰੋਧ ਬਣ ਜਾਂਦਾ ਹੈ, ਉਹ ਪ੍ਰੇਮ ਕਿਤੇ ਮੋਹ ਬਣ ਗਿਆ, ਉਹ ਹੀ ਕਿਤੇ ਲੋਭ ਬਣ ਗਿਆ, ਤੇ ਉਹ ਪ੍ਰੇਮ ਹੀ ਹੰਕਾਰ ਬਣ ਗਿਆ। ਜਿੰਨਾ ਚਿਰ ਵਿਅਕਤੀ ਨੂੰ ਪ੍ਰੇਮ ਕਰਨ ਦੀ ਜਾਚ ਨਹੀਂ ਆਉਂਦੀ, ਉਹਨਾਂ ਚਿਰ ਉਹਦੇ ਵਿਕਾਰ ਨਸ਼ਟ ਨਹੀਂ ਹੋਣਗੇ, ਉਹਨਾਂ ਸਮਾਂ ਉਹਦੇ ਵਿਕਾਰਾਂ ਦਾ ਖਾਤਮਾ ਨਹੀਂ ਹੋਵੇਗਾ, ਔਰ ਉਹ ਵਿਕਾਰ ਉਸੇ ਤਰ੍ਹਾਂ ਬਣੇ ਰਹਿਣਗੇ। ਇਸੇ ਕਰਕੇ ਉਸ ਪਹਿਲੇ ਸੁਭਾਵ ਦਾ ਜ਼ਿਕਰ ਕੀਤਾ ਗਿਆ। ਵਿਸ਼ੇ ਦੇ ਆਪਾਂ ਨੇੜੇ ਰਹੀਏ, ਧਿਆਨ ਵਿੱਚ ਰਹੀਏ ਕਿ ਬੰਦੇ ਦੇ ਅੰਦਰ ਪਰਮਾਤਮਾ ਨੇ ਸਭ ਤੋਂ ਪਹਿਲਾ ਸੁਭਾਅ ਅੰਦਰ ਇੱਕ ਪ੍ਰੇਮ ਦੀ ਧਾਰ ਬਣਾਈ, ਪ੍ਰੇਮ ਦਾ ਸੁਭਾਅ ਬਣਾਇਆ ਤੇ ਪ੍ਰੇਮ ਕਰਕੇ ਜੀਵਨ ਚੱਲਿਆ। ਪਹਿਲਾ ਸੁਭਾਅ ਉਹਨੇ ਪ੍ਰੇਮ ਪਾਇਆ ਕਿ ਇਹ ਜਨਮ ਲਵੇਗਾ, ਜਨਮ ਲੈਣ ਤੋਂ ਬਾਅਦ ਇਹ ਮੈਨੂੰ ਪ੍ਰੇਮ ਕਰੇਗਾ, ਪਰਮਾਤਮਾ ਨੂੰ ਪ੍ਰੇਮ ਕਰੇਗਾ, ਕਿਉਂਕਿ ਪਰਮਾਤਮਾ ਦੀ ਖੁਰਾਕ ਹੈ ਪ੍ਰੇਮ। ਉਹਨੂੰ ਭੋਜਨ ਚਾਹੀਦਾ ਸੀ, ਉਹਨੇ ਆਪਣਾ ਪ੍ਰਬੰਧ ਕੀਤਾ। ਪਰ ਜਦੋਂ ਅਸੀਂ ਸਰੀਰ ਧਾਰੀ ਹੋਏ
ਤੇ ਸਾਡਾ ਪ੍ਰੇਮ ਛੋਟੇ ਛੋਟੇ ਪਾਸਿਆਂ ਵੱਲ ਖਿਲਰ ਕੇ ਕਈ ਰੂਪ ਧਾਰਨ ਕਰ ਗਿਆ, ਉਸੇ ਨੂੰ ਅਸੀਂ ਕਹਿੰਦੇ ਆ ਇਹ ਵਿਕਾਰ ਨੇ ਸਾਰੇ। ਪ੍ਰੇਮ ਦਾ ਵਿਗੜਿਆ ਹੋਇਆ ਰੂਪ। ਦੋ ਸ਼ਬਦ ਨੇ, ਇੱਕ ਸ਼ਬਦ ਆਉਂਦਾ ਹੈ ਗੁਣ, ਇੱਕ ਸ਼ਬਦ ਆਉਂਦਾ ਹੈ ਅਵਗੁਣ। ਅਵਗੁਣ ਨੂੰ ਅਸੀਂ ਮਾੜਾ ਗਿਣਨੇ ਆ ਤੇ ਗੁਣ ਨੂੰ ਅਸੀਂ ਚੰਗਾ ਗਿਣਨੇ ਆ। ਅਵਗੁਣ ਹੋਰ ਕਿਤਿਓਂ ਨਹੀਂ ਆਉਂਦੇ। ਬੰਦੇ ਦੇ ਅੰਦਰਲੀ ਪ੍ਰੇਮ ਦੀ ਸ਼ਕਤੀ ਜਦੋਂ ਵਿਗੜ ਜਾਂਦੀ ਏ, ਜਦੋਂ ਖਰਾਬ ਹੋ ਜਾਂਦੀ ਏ, ਜਦੋਂ ਸੰਸਾਰ ਵੱਲ ਤੁਰ ਪੈਂਦੀ ਏ, ਤੇ ਉਹ ਗੁਣ ਹੀ ਅਵਗੁਣ ਬਣ ਜਾਂਦੇ ਨੇ। ਹੋਰ ਕਿਤੇ ਅਵਗੁਣ ਨਹੀਂ ਆਉਂਦੇ, ਬਾਹਰੋਂ ਥੋੜੀ ਅਵਗੁਣ ਆਉਂਦੇ ਨੇ। ਤੇ ਜਿੱਦਣ ਪਰਤ ਕੇ ਕਿਸੇ ਵਿੱਚ ਗੁਣ ਪੈਦਾ ਹੁੰਦੇ ਨੇ, ਉਦਣ ਗੁਣ ਵੀ ਬਾਹਰੋਂ ਕੋਈ ਨਹੀਂ ਆਉਂਦੇ। ਉਸ ਅਵਗੁਣਾਂ ਨੂੰ ਜਦੋਂ ਗੁਰੂ ਕਾ ਸ਼ਬਦ ਸ਼ੁੱਧ ਕਰ ਦਿੰਦਾ ਹੈ ਤੇ ਉਹਨਾਂ ਅਵਗੁਣਾਂ ਦੇ ਗੁਣ ਬਣਨੇ ਸ਼ੁਰੂ ਹੋ ਜਾਂਦੇ ਨੇ। ਬਾਹਰੋਂ ਕੁਝ ਵੀ ਨਹੀਂ ਹੈ। ਇੱਕੋ ਸ਼ਕਤੀ ਦੋ ਰੂਪ ਧਾਰਨ ਕਰ ਜਾਂਦੀ ਹੈ। ਇਸ ਕਰਕੇ ਗੁਣ ਤੇ ਅਵਗੁਣ, ਗੁਣ ਦੇ ਅੱਗੇ ਅਵ ਸ਼ਬਦ ਲੱਗਾ ਹੈ ਤੇ ਅਵ ਸ਼ਬਦ ਦਾ ਅਰਥ ਹੈ ਅਵਾਰਾ। ਆਪਾਂ ਕਈ ਵਾਰੀ ਕਹਿੰਦੇ ਆ ਇਹ ਵੀ ਪਸ਼ੂ ਹੈ ਜਿਹੜਾ ਪਾਲਿਆ ਗਿਆ। ਆ ਜਿਹੜਾ ਸੜਕਾਂ ਤੇ ਫਿਰਦਾ ਹੈ ਕੌਣ ਹੈ? ਜਿਹੜਾ ਕਦੀ ਕਿਸੇ ਦੇ ਖੇਤ ਵਿੱਚ ਵੜਦਾ ਹੈ, ਕਦੀ ਕਿਸੇ ਦੇ ਖੇਤ ਵਿੱਚ, ਕਦੀ ਕਿੱਧਰ ਭਟਕਦਾ ਫਿਰਦਾ ਸਾਰਾ ਦਿਨ, ਇਹ ਪਸ਼ੂ ਕੌਣ ਹੈ? ਉਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ ਅਵਾਰਾ। ਅਵਾਰਾ ਦਾ ਮਤਲਬ ਇਹਦਾ ਥਾਂ ਨਹੀਂ, ਇਹਦਾ ਟਿਕਾਣਾ ਕੋਈ ਨਹੀਂ ਹੈ। ਉਹ ਹੈ ਅਵਾਰਾ ਪਸ਼ੂ। ਜਦੋਂ ਸਾਡੇ ਅੰਦਰ ਪ੍ਰੇਮ ਦੀ ਸ਼ਕਤੀ ਅਵਾਰਾ ਹੋ ਗਈ, ਅਵਾਰਾਗਰਦੀ ਕਰਨ ਲੱਗ ਪਈ, ਕਦੀ ਹੰਕਾਰੀ ਹੋ ਗਏ ਅਸੀਂ, ਕਦੀ ਲੋਭੀ ਹੋ ਗਏ, ਕਦੀ ਈਰਖਾ ਨਾਲ ਭਰੇ ਗਏ, ਕਦੀ ਕੁਝ ਬਣ ਗਏ, ਉਹੀ ਪਸ਼ੂ ਸੀ ਸਾਧ ਸੰਗਤ ਜਿਹੜਾ ਕਿੱਲੇ ਤੇ ਬੱਧਾ ਸੀ, ਘਰ ਦਾ ਕੰਮ ਕਰਦਾ ਸੀ, ਉਹਦਾ ਮਾਲਕ ਸੀ, ਉੱਥੇ ਜਿੰਨੀ ਖੁਰਾਕ ਸੀ ਓਨੀ ਖਾਂਦਾ ਸੀ ਜਿੰਨੀ ਉਹਨੂੰ ਮਿਲਦੀ ਸੀ, ਉਦੋਂ ਸੀ ਉਹ ਪਸ਼ੂ। ਪਰ ਜਦੋਂ ਉਹ ਘਰ ਛੱਡ ਕੇ ਭਟਕਣ ਲੱਗ ਪਿਆ, ਉਹਨੂੰ ਕਹਿ ਦਿੱਤਾ ਅਵਾਰਾ ਪਸ਼ੂ। ਇਸੇ ਤਰ੍ਹਾਂ ਜਿਹੜੇ ਸਾਡੇ ਅੰਦਰ ਪ੍ਰੇਮ ਦਾ ਗੁਣ ਤੇ ਸੁਭਾਅ ਸੀ, ਜਦੋਂ ਉਹ ਅਵਾਰਾ ਹੋ ਗਿਆ, ਉਦੋਂ ਅਸੀਂ ਉਹਨਾਂ ਗੁਣਾਂ ਨੂੰ ਕਹਿ ਦਿੱਤਾ ਅਵਾਰਾ ਗੁਣ। ਇਹਦਾ ਪੂਰਾ ਨਾਮ ਹੈ ਅਵਗੁਣ ਦਾ। ਜੇ ਅਵਗੁਣ ਸ਼ਬਦ ਨੂੰ ਤੋੜ ਕੇ ਸੰਧੀ ਛੇਦ ਕਰਕੇ ਅਰਥ ਕਰੀਏ ਤੇ ਅਵਗੁਣ ਦੇ ਪੂਰੇ ਅਰਥ ਬਣਦੇ ਨੇ ਅਵਾਰਾ ਹੋਇਆ ਹੋਇਆ ਸੁਭਾਅ ਬੰਦੇ ਦਾ, ਅਵਾਰਾਗਰਦੀ ਕਰਦਾ ਹੋਇਆ ਸੁਭਾਅ। ਔਰ ਇਸੇ ਕਰਕੇ ਸਤਿਗੁਰੂ ਨੇ ਕਿਹਾ ਤੇਰੇ ਅੰਦਰ ਮਾੜਾ ਕੁਝ ਨਹੀਂ ਹੈ। ਪਰਮਾਤਮਾ ਨੇ ਤੇਰੇ ਅੰਦਰ ਪ੍ਰੇਮ ਕਰਨ ਦੀ ਸ਼ਕਤੀ ਪਾਈ ਸੀ, ਔਰ ਜਿੰਨਾ ਚਿਰ ਪਰਤ ਕੇ ਤੈਨੂੰ ਪ੍ਰੇਮ ਕਰਨ ਦੀ ਜਾਚ ਨਹੀਂ ਆਉਂਦੀ, ਉਹਨਾਂ ਚਿਰ ਤੂੰ ਪਰਮਾਤਮਾ ਨੂੰ ਨਹੀਂ ਪਾ ਸਕੇਗਾ। ਇੱਕੋ ਹੀ ਦੁਆਰ ਹੈ ਉਹਨੂੰ ਪਾਉਣ ਦਾ, ਹੋਰ ਕੋਈ ਦੁਆਰ ਨਹੀਂ ਹੈ। ਪ੍ਰੇਮ ਹੀ ਉਹਨੂੰ ਪਾਉਣ ਦਾ ਦੁਆਰ ਹੈ। ਪ੍ਰੇਮ ਜਮਾਂਦਰੂ ਸੁਭਾਅ, ਬੰਦੇ ਦਾ ਅੰਦਰਲਾ ਸੁਭਾਅ। ਇਸ ਲਈ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਕਹਿੰਦੇ ਅੱਖਾਂ ਬੰਦ ਕਰ ਭਾਵੇਂ ਖੋਲ ਲੈ, ਭਾਵੇਂ ਤੀਰਥਾਂ ਤੇ ਜਾ, ਸਾਰੇ ਸਮੁੰਦਰਾਂ ਦਾ ਇਸ਼ਨਾਨ ਕਰ ਲੈ, ਭਾਵੇਂ ਜੰਗਲ ਵਿੱਚ ਚਲਾ ਜਾ ਤੇ ਭਾਵੇਂ ਸੰਸਾਰ ਤੋਂ ਪਾਸੇ ਹੋ ਜਾ, ਭਾਵੇਂ ਵਿੱਚ ਰਹਿ, ਕੱਪੜੇ ਪਾਟੇ ਪਾ ਲੈ ਤੇ ਭਾਵੇਂ ਮਖਮਲ ਦੇ, ਸਾਰੇ ਗ੍ਰੰਥ ਪੜ੍ਹ ਲੈ ਤੇ ਭਾਵੇਂ ਇੱਕ ਅੱਖਰ ਨਾ ਪੜ੍ਹੀ, ਜੋ ਮਰਜ਼ੀ ਕਰ ਲੈ ਤੇ ਜੋ ਮਰਜ਼ੀ ਛੱਡ ਦੇ, ਜਿੰਨਾ ਚਿਰ ਤੂੰ ਪ੍ਰੇਮ ਨਾ ਕੀਤਾ ਤੂੰ ਉਹਨਾਂ ਚਿਰ ਪਰਮਾਤਮਾ ਨੂੰ ਪਾ ਨਹੀਂ ਸਕੇਗਾ। ਸਵਈਆਂ ਦੇ ਵਿੱਚ ਇਹ ਤਾਂ ਹੀ ਕਿਹਾ ਹੈ ਕਿ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ। ਹੁਣ ਲੋਚਨ ਮੂੰਦਨ ਦਾ ਅਰਥ ਹੈ ਅੱਖਾਂ ਬੰਦ ਕਰਨੀਆਂ। ਜਦੋਂ ਵੀ ਕਿਸੇ ਕਰਮ ਤੋਂ ਰੋਕਿਆ ਜਾਏਗਾ ਖਿਆਲ ਰੱਖਣਾ, ਉਹ ਕਰਮ ਰੋਕਿਆ ਨਹੀਂ ਗਿਆ। ਇਹਦੇ ਅਰਥ ਇਹ ਨਹੀਂ ਵੀ ਅੱਖ ਨਾ ਬੰਦ ਕਰ, ਇਹਦਾ ਅਰਥ ਹੈ ਕਿ ਅੱਖ ਬੰਦ ਕਰਨੀ ਧਰਮ ਨਾ ਸਮਝ ਲਵੀਂ, ਧਰਮ ਦਾ ਇੱਕ ਅੰਗ ਹੈ। ਸਿਰਫ ਬੰਦਾ ਛੋਟੇ ਜਿਹੇ ਕੰਮ ਨੂੰ ਧਰਮ ਸਮਝ ਲੈਂਦਾ ਹੈ, ਛੋਟਾ ਜਿਹਾ ਅੰਗ ਹੈ, ਛੋਟਾ ਜਿਹਾ ਸਹਾਰਾ ਹੈ ਅੱਖ ਬੰਦ ਕਰਨੀ। ਅੱਖਾਂ ਬੰਦ ਕਰਕੇ ਔਰ ਨਾ ਖੋਲ ਕੇ, ਨਾ ਖੋਲਿਆ ਉਹ ਖੁਸ਼ ਹੁੰਦਾ, ਨਾ ਬੰਦ ਕੀਤਿਆਂ, ਨਾ ਉਹ ਵਰਤ ਰੱਖਿਆ ਖੁਸ਼ ਹੁੰਦਾ ਤੇ ਨਾ ਬਹੁਤਾ ਖਾਦਿਆਂ, ਨਾ ਉਹ ਨੀਂਦ ਗਵਾਇਆ ਖੁਸ਼ ਹੁੰਦਾ ਤੇ ਨਾ ਬਹੁਤਾ ਸੌਂ ਕੇ। ਕਰਮਾਂ ਦੇ ਅਧੀਨ ਨਹੀਂ ਹੈ ਉਹ। ਇਹਨਾਂ ਨੂੰ ਸੰਤੁਲਨ ਵਿੱਚ ਲਿਆਂਦਾ ਜਾ ਸਕਦਾ ਹੈ, ਇਹਨਾਂ ਨੂੰ ਤਰੀਕੇ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਕਰਕੇ ਕਹਿੰਦੇ ਬੈਠ ਰਹਿਓ ਬਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਕਹਿਣ ਲੱਗੇ ਲੋਕ ਵੀ ਗਵਾ ਦਿੱਤਾ ਤੇ ਪਰਲੋਕ ਵੀ ਹੱਥ ਵਿੱਚ ਨਹੀਂ ਆਇਆ। ਲੋਕ ਵੀ ਗਿਆ ਪਰਲੋਕ ਮਿਲਿਆ ਨਹੀਂ। ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੇ,
ऐसे ही ऐसे सो बैस बितायो, साच कहूं सुन लेहो सबै, जिन प्रेम कियो तिन ही प्रभ पायो। प्रेम की है? ਹੁਣ ਇਹਦੇ ਉੱਤੇ ਬੜਾ ਜ਼ੋਰ ਦਿੱਤਾ ਜਾਂਦਾ, ਬੰਦੇ ਦਾ ਮੁੱਢਲਾ ਸੁਭਾਅ ਪ੍ਰੇਮ ਹੈ। ਥੋੜੀ ਜੀ ਹੋਰ ਇਹਦੇ ਉੱਤੇ ਬੇਨਤੀ ਕਰਾਂ। ਗੁਰੂ ਸਾਹਿਬ ਕਹਿੰਦੇ ਜਿਨ ਪ੍ਰੇਮ ਕੀਓ। ਹੁਣ ਇੱਥੇ ਸਵਾਲ ਪੈਦਾ ਹੁੰਦਾ, ਪ੍ਰੇਮ ਬੰਦਾ ਕਰੇਗਾ ਕਿਹਨੂੰ? ਪ੍ਰੇਮ ਕਰਨ ਵਾਸਤੇ ਤੇ ਦੂਜਾ ਚਾਹੀਦਾ ਹੈ, ਸਾਹਮਣੇ ਦਿਸਣਾ ਚਾਹੀਦਾ। ਪ੍ਰੇਮ ਪੈਦਾ ਹੀ ਤਾਂ ਹੁੰਦਾ। ਪ੍ਰੇਮ ਦੀ ਸ਼ਰਤ ਹੈ ਕਿ ਦੂਸਰਾ ਹੈ, ਉਹਨੂੰ ਆਦਮੀ ਦੇਖ ਰਿਹਾ ਹੈ, ਉਹਦੇ ਪ੍ਰੇਮ ਵਿੱਚ ਪਏਗਾ। ਤੇ ਜਦੋਂ ਪਰਮਾਤਮਾ ਦੇ ਨਾਲ ਪ੍ਰੇਮ ਕਰਨ ਦੀ ਗੱਲ ਕੀਤੀ ਜਾਂਦੀ, ਉਹ ਤੇ ਦਿਸਣ ਵਿੱਚ ਆਉਂਦਾ ਹੀ ਨਹੀਂ। ਕਿਹਨੂੰ ਪ੍ਰੇਮ ਕਰਾਂਗੇ? ਪ੍ਰੇਮ ਕਰਨ ਵਾਸਤੇ ਤੇ ਉਹ ਦਿਸਣਾ ਚਾਹੀਦਾ। ਜਦੋਂ ਪਰਮਾਤਮਾ ਦੇ ਪ੍ਰੇਮ ਦੀ ਗੱਲ ਚੱਲਦੀ ਏ, ਉਹ ਪ੍ਰੇਮ ਦਿਸਣ ਵਾਲਾ ਨਹੀਂ, ਦੂਸਰਾ ਨਹੀਂ, ਦੂਸਰੇ ਨਾਲ ਪ੍ਰੇਮ ਨਹੀਂ। ਉਹਦਾ ਅਰਥ ਹੈ ਕਿ ਤੂੰ ਗੁਰੂ ਦੇ ਹੁਕਮ ਵਿੱਚ ਰਹਿ ਕੇ ਸ਼ਬਦ ਦੀ ਕਮਾਈ ਕਰ, ਗੁਰਬਾਣੀ ਦੇ ਅਨੁਸਾਰ ਜੀਵਨ ਜੀ, ਤੇ ਸ਼ਬਦ ਤੇਰੇ ਮਨ ਦੇ ਉੱਤੇ ਪਏ ਹੋਏ ਹੋਰ ਅਵਗੁਣ ਸਹਿਜੇ ਸਹਿਜੇ ਲਾਉਂਦਾ ਜਾਏਗਾ, ਲਾਉਂਦਾ ਜਾਏਗਾ। ਤੇ ਜਦੋਂ ਸਾਰੇ ਅਵਗੁਣ ਲੈ ਜਾਣਗੇ ਤੇ ਤੇਰੇ ਅੰਦਰੋਂ ਜਿਹੜਾ ਸੁਭਾਅ ਪੈਦਾ ਹੋਵੇਗਾ, ਉਹਨੂੰ ਪ੍ਰੇਮ ਕਹਿੰਦੇ ਨੇ। ਆਪਣੇ ਆਪ ਹੀ ਪ੍ਰੇਮ, ਕੋਈ ਵੀ ਨਹੀਂ, ਪ੍ਰੇਮ ਹੀ ਬਸ ਹੋ ਰਿਹਾ ਹੈ ਬਿਨਾਂ ਕਾਰਨ ਤੋਂ। ਕਿਉਂਕਿ ਜਿਹੜਾ ਪ੍ਰੇਮ ਕਿਸੇ ਕਰਕੇ ਹੋ ਰਿਹਾ ਹੈ, ਉਸ ਪ੍ਰੇਮ ਦੀ ਉਮਰ ਹੈ, ਉਹਦੀ ਮੌਤ ਹੋ ਜਾਂਦੀ ਹੈ। ਉਹ ਪ੍ਰੇਮ ਛੋਟਾ ਹੈ, ਦੂਜੇ ਨਾਲ ਹੈ, ਭਰਾ ਨਾਲ ਪ੍ਰੇਮ ਹੈ, ਕਿੰਨਾ ਕੁ ਚਿਰ ਹੈ? ਜਿੰਨਾ ਚਿਰ ਸੁਭਾਅ ਬਣਿਆ ਰਿਹਾ। ਪਿਤਾ ਨਾਲ, ਪੁੱਤਰ ਨਾਲ, ਪਤਨੀ ਨਾਲ, ਪਤੀ ਨਾਲ, ਮਿੱਤਰ ਨਾਲ ਪ੍ਰੇਮ ਤਾਂ ਹੈ, ਪਰ ਉਹਨਾਂ ਪ੍ਰੇਮਾਂ ਦੀ ਇੱਕ ਉਮਰ ਛੋਟੇ ਨੇ, ਕਿਉਂਕਿ ਉਹਨਾਂ ਦਾ ਇੱਕ ਕਾਰਨ ਹੈ, ਉਹਦੇ ਕਰਕੇ ਪ੍ਰੇਮ ਹੋ ਰਿਹਾ। ਦੂਜਾ ਹੈ ਤੇ ਉਹ ਪ੍ਰੇਮ ਹੈ। ਤੇ ਜਿਹੜਾ ਅਸਲੀ ਪ੍ਰੇਮ ਪਰਮਾਤਮਾ ਦਾ ਹੈ, ਉਹ ਕਿਸੇ ਦੀ ਹੋਂਦ ਨਾਲ ਸੰਬੰਧਿਤ ਨਹੀਂ, ਉਹ ਬੰਦੇ ਦਾ ਸੁਭਾਅ, ਉਹ ਅੰਦਰੋਂ ਹੀ ਪ੍ਰਗਟ ਹੁੰਦਾ ਹੈ। ਫਿਰ ਪ੍ਰੇਮ ਸਹਿਜੇ ਰਹਿੰਦਾ, ਪਤਾ ਵੀ ਨਹੀਂ ਕਿਹਦੇ ਕਰਕੇ ਹੋ ਰਿਹਾ ਹੈ। ਪ੍ਰੇਮ ਇਹਦਾ ਸੁਭਾਅ ਹੈ। ਜਿਵੇਂ ਮੈਂ ਬੇਨਤੀ ਕਰਾਂ, ਇੱਕ ਕਮਰੇ ਦੇ ਵਿੱਚ ਅੱਗ ਬਲਦੀ ਹੋਵੇ ਤੇ ਉਸ ਕਮਰੇ ਦੇ ਅੱਗੇ ਇੱਕ ਹੋਰ ਕਮਰਾ ਹੈ, ਉਹਦੇ ਅੱਗੇ ਇੱਕ ਹੋਰ ਕਮਰਾ ਹੈ। ਪਹਿਲੇ ਕਮਰੇ ਵਿੱਚ ਏਸੀ ਲੱਗਾ ਹੈ, ਉਹਦੇ ਵਿੱਚੋਂ ਠੰਡ ਆ ਰਹੀ ਹੈ। ਦੂਸਰੇ ਦੇ ਵਿੱਚ ਬਰਫ਼ ਪਈ ਹੈ, ਉਹ ਵੀ ਠੰਡਾ ਹੈ। ਤੇ ਜਦੋਂ ਅਸੀਂ ਉਹਨਾਂ ਦੋਵਾਂ ਕਮਰਿਆਂ ਨੂੰ ਪਾਰ ਕਰਕੇ ਤੀਸਰੇ ਕਮਰੇ ਵਿੱਚ ਅੱਗ ਪਈ ਬਲਦੀ, ਉਹਦੇ ਤੱਕ ਜਾਵਾਂਗੇ ਤੇ ਸੇਕ ਆਪਣੇ ਆਪ ਪੈਣਾ ਸ਼ੁਰੂ ਹੋ ਜਾਏਗਾ। ਬੰਦਾ ਜਦੋਂ ਆਪਣੇ ਅਸਲੀ ਸੁਭਾਅ ਵਿੱਚ ਜਾਂਦਾ ਹੈ, ਅੰਦਰ ਧੁਰ ਤੱਕ ਚਲਾ ਜਾਂਦਾ ਹੈ, ਤੇ ਉਦੋਂ ਪ੍ਰੇਮ ਦੀ ਉਹਨੂੰ ਸਮਝ ਆਉਂਦੀ ਹੈ ਵੀ ਇਹ ਕਰਨ ਵਾਲਾ ਕਿਰਤ ਨਹੀਂ, ਕਰਮ ਨਹੀਂ ਹੈ ਪ੍ਰੇਮ, ਪ੍ਰੇਮ ਤੇ ਬੰਦੇ ਦਾ ਸੁਭਾਅ ਹੈ। ਇਸ ਕਰਕੇ ਜਿਹੜਾ ਪਹਿਲਾ ਸਾਡਾ ਜਨਮ ਹੋਇਆ ਸੀ, ਉਹ ਪਹਿਲਾ ਜਨਮ ਸੀ ਸਿਫਤ ਸਲਾਹ ਕਰਨ ਵਾਸਤੇ, ਪ੍ਰੇਮ ਕਰਨ ਵਾਸਤੇ। ਔਰ ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ। ਪੁੱਛੀਏ ਮਹਾਰਾਜ, ਪਹਿਲਾ ਜਨਮ ਕਿਉਂ? ਦੂਜੇ ਤੇ ਕਰਮਾਂ ਕਰਕੇ ਨੇ, ਦੂਜੇ ਤੇ ਕਰਮਾਂ ਕਰਕੇ ਹੋਏ, ਪਹਿਲਾ ਜਨਮ ਕਿਉਂ? ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, 100 ਉਲਾਮੇ ਦਿਨੇ ਕੇ, ਰਾਤੀ ਮਿਲਨ ਸਹੰਸ, ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ। ਸਿਫਤ ਸਲਾਹ, ਇਹਦੇ ਵਿੱਚੋਂ ਸਾਫ਼ ਹੋ ਗਿਆ ਕਿ ਪਹਿਲਾ ਜਨਮ ਬੰਦੇ ਦਾ ਸਿਫਤ ਕਰਨ ਵਾਸਤੇ ਸੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਾਡਾ ਜਨਮ, ਸਾਨੂੰ ਮਨੁੱਖਾ ਸਰੀਰ ਮਿਲਿਆ ਨਿਰੰਤਰ ਪਰਮਾਤਮਾ ਦੀ ਕੀਰਤੀ ਵਾਸਤੇ, ਨਿਰੰਤਰ ਉਹਦੀ ਸਿਫਤ ਵਾਸਤੇ। ਹੁਣ ਇਹ ਸਾਡਾ ਵੱਖਰਾ ਸਿਸਟਮ ਹੈ ਕਿ ਧਰਮਾਂ ਨੇ ਇਸ ਨੂੰ ਸਿਰਫ ਤੇ ਸਿਰਫ ਇੱਕ ਸੰਗਲ, ਧਰਮ ਨੂੰ ਸਿਰਫ ਤੇ ਸਿਰਫ ਇੱਕ ਬੋਝ ਵਾਂਗੂ ਪੇਸ਼ ਕੀਤਾ ਸੰਸਾਰ ਵਿੱਚ। ਇੱਕ ਤਰ੍ਹਾਂ ਦਾ ਬੋਝ ਹੈ, ਇੱਕ ਤਰ੍ਹਾਂ ਦਾ ਬੰਧਨ ਹੈ। ਬੜੇ ਬੜੇ ਕਰਮਾਂ ਦੀਆਂ ਪੰਡਾਂ ਬੰਨ੍ਹ ਕੇ ਗਲ ਵਿੱਚ ਪਾ ਦਿੱਤੀਆਂ, ਕਈ ਉਲਝਣਾਂ ਪੈਦਾ ਕਰ ਦਿੱਤੀਆਂ। ਇੱਧਰ ਨੂੰ ਮੂੰਹ ਕਰਕੇ ਰੋਟੀ ਖਾਓ, ਇੱਧਰ ਨੂੰ ਮੂੰਹ ਕਰਕੇ ਇਸ਼ਨਾਨ ਕਰੋ, ਇੱਧਰ ਲੱਤਾਂ ਕਰਕੇ ਸੌਂ ਜਾਓ, ਜਦੋਂ ਉੱਠਣਾ ਦੂਜੇ ਪਾਸੇ ਮੂੰਹ ਕਰਕੇ ਉੱਠੋ। ਇਹ ਤੇ ਜਾਲ ਪਾ ਦਿੱਤੇ ਬੰਦੇ ਨੂੰ। ਧਰਮ ਕਿੱਥੇ ਹੈ ਇੱਥੇ? ਫਿਰ ਜਦੋਂ ਸੂਰਜ ਇੰਨਾ ਚੜ ਗਿਆ, ਉਦੋਂ ਇੱਧਰ ਨੂੰ ਮੂੰਹ ਕਰਕੇ ਪਾਣੀ ਸਿੱਟਣਾ, ਜਦੋਂ ਇੰਨੀ ਰਾਤ ਪੈ ਗਈ ਇਹ ਕੰਮ ਕਰਨਾ। ਇਹ ਤਾਂ ਜਾਲ ਪਾ ਦਿੱਤੇ ਬੰਦੇ ਨੂੰ, ਧਰਮ ਤੇ ਪਾਸੇ ਰਹਿ ਗਿਆ। ਧਰਮ ਸਿਰਫ ਇੱਕ ਹੈ ਕਿ ਬੰਦੇ ਦਾ ਮਨ ਨਾਮ ਨਾਲ ਕਿਵੇਂ ਜੁੜਦਾ ਹੈ। ਉਹਦੇ ਜਿਹੜੇ ਸਹਾਇਕ ਕਰਮ ਨੇ ਉਹ ਜ਼ਰੂਰ ਦਿੱਤੇ ਨੇ ਕਿ ਨਾਮ ਨਾਲ ਜੁੜਨ ਵਾਸਤੇ ਜਿਹੜੀਆਂ ਚੀਜ਼ਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਵਰਤ ਜ਼ਰੂਰ, ਕਿਉਂਕਿ ਸਿੱਧਾ ਬੰਦਾ ਨਾਮ ਨਾਲ ਨਹੀਂ ਜੁੜ ਸਕਦਾ। ਆ ਜਿੰਨੇ ਕਰਮ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਨਾ, ਸਵੇਰ ਤੋਂ ਸ਼ਾਮ ਤੱਕ ਧਰਮ ਦੇ ਕਰਮ ਜਿਨ੍ਹਾਂ ਨੂੰ ਕਹਿੰਦੇ ਆ, ਉਹ ਕਰਮ ਕਾਂਡ ਨਹੀਂ,
ਉਹ ਕਰਮ ਨਾਮ ਦੇ ਸਹਾਇਕ ਨੇ ਕਿ ਨਾਮ ਨਾਲ ਕਿਵੇਂ ਜੁੜਨਾ ਹੈ। ਮੁੱਖ ਮੁੱਦਾ ਸਿੱਖ ਦਾ ਨਾਮ ਨਾਲ ਜੁੜਨਾ ਹੈ, ਤੇ ਜਿਹੜੇ ਕਰਮ ਨਾਮ ਨਾਲ ਜੁੜਨ ਦੇ ਵਿੱਚ ਵਿਘਨ ਬਣਦੇ ਨੇ ਸਿੱਖ ਉਹਨਾਂ ਨੂੰ ਤੋੜੀ ਜਾਂਦਾ ਹੈ, ਛੱਡੀ ਜਾਂਦਾ ਹੈ। ਤੇ ਜਿਹੜੇ ਕਰਮ ਕੀਤਿਆਂ ਨਾਮ ਵਿੱਚ ਸਹਿਜੇ ਬੰਦਾ ਜੁੜਦਾ ਹੈ ਉਹ ਕਰਮ ਸਿੱਖ ਪਰਪੱਕ ਕਰਦਾ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਕਹਾਂ ਕਿ ਇੱਕ ਕਰਮ ਹੈ, ਦੋ ਪ੍ਰਕਾਰ ਦੇ ਕਰਮ ਨੇ, ਆਪ ਜੀ ਨੇ ਕਰਕੇ ਵੇਖ ਲੈਣੇ। ਉਹਨਾਂ ਵਿੱਚੋਂ ਇੱਕ ਕਰਮ ਗੁਰੂ ਸਾਹਿਬ ਨੇ ਦ੍ਰਿੜ ਕਰਾਇਆ ਵੀ ਜ਼ਰੂਰ ਕਰੀ, ਹੈ ਉਹ ਕਰਮ। ਇੱਕ ਕਰਮ ਤੋਂ ਰੋਕਿਆ ਵੀ ਇਹ ਨਾ ਕਰੀ। ਉਹਨਾਂ ਨੂੰ ਤੁਸੀਂ ਇੱਕ ਨੂੰ ਕਰਕੇ ਵੇਖ ਲੈਣਾ ਤੇ ਦੂਜੇ ਨੂੰ ਕਰਕੇ ਵੇਖ ਲੈਣਾ। ਜਿਹਦੇ ਤੋਂ ਰੋਕਿਆ ਉਹ ਕਰਕੇ ਵੇਖਣਾ। ਸਾਰਾ ਦਿਨ ਬਾਣੀ ਵਿੱਚ ਨਾਮ ਵਿੱਚ ਬੰਦੇ ਦਾ ਮਨ ਨਹੀਂ ਲੱਗੇਗਾ, ਤੇ ਜਿਹੜਾ ਕਰਨ ਵਾਸਤੇ ਕਿਹਾ ਉਹਨੂੰ ਕਰਕੇ ਵੇਖ ਲੈਣਾ। ਸਾਰਾ ਦਿਨ ਯਤਨ ਕਰਨ ਤੋਂ ਬਿਨਾਂ ਮਨ ਨਾਮ ਵਿੱਚ ਲੱਗੇਗਾ। ਉਹ ਕਰਮ ਕਿਹੜਾ ਹੈ? ਉਹ ਕਰਮ ਗੁਰਸਿੱਖ ਨੂੰ ਕਿਹਾ ਹੈ ਕਿ ਸੂਰਜ ਚੜ੍ਹਨ ਤੋਂ ਜਿਹੜਾ ਪਹਿਲਾ ਵਕਤ ਹੈ 2-2.5 ਘੰਟੇ ਦਾ, ਉਦੋਂ ਜਾਗ ਪਵੀਂ। ਇਹ ਅੰਮ੍ਰਿਤ ਵੇਲਾ ਜਾਗਣਾ ਇੱਕ ਕਰਮ ਹੈ, ਬਿਲਕੁਲ ਕਰਮ ਹੈ। ਸਰੀਰ ਨੇ ਉੱਠਣਾ ਹੈ ਨਾ, ਸਰੀਰ ਜਾਗਦਾ ਪਿਆ, ਸੁੱਤਾ ਸੀ, ਸਰੀਰ ਉੱਠਿਆ। ਫਿਰ ਸਤਿਗੁਰੂ ਨੇ ਕਿਹਾ ਇਸ਼ਨਾਨ ਕਰ। ਹੁਣ ਇੱਕ ਕਰਮ ਹੈ ਇਸ਼ਨਾਨ ਕਰਨਾ, ਉੱਠਣਾ ਵੀ ਕਰਮ ਹੈ। ਫਿਰ ਕਿਹਾ ਵੀ ਹੁਣ ਤੂੰ ਜੇ ਤੈਨੂੰ ਬਾਣੀ ਆਉਂਦੀ ਹੈ, ਤਕਰੀਬਨ ਪੰਜਾਬੀ ਕੋਈ ਔਖੀ ਨਹੀਂ, ਹੁਣ ਬਾਣੀ ਦਾ ਪਾਠ ਕਰ, ਸਿਮਰਨ ਕਰ ਨਾਮ ਦਾ। ਹੁਣ ਨਾਮ ਜਪ। ਨਾਮ ਜਪਣਾ ਔਰ ਬਾਣੀ ਪੜ੍ਹਨੀ ਵੀ ਇੱਕ ਕਰਮ ਹੈ। ਇਹ ਗੁਰੂ ਨੇ ਸਵੇਰੇ 3-4 ਕਰਮ ਦੱਸੇ ਤੇ ਨਾਲ ਦੱਸਿਆ ਸੂਰਜ ਉੱਗਣ ਤੋਂ ਪਹਿਲਾਂ ਉੱਠੀ, ਕਰਮ ਕਹਿ ਦਿੱਤਾ। ਮਹਾਰਾਜ ਫਿਰ ਇਹ ਤੇ ਇਹ ਵੀ ਨਾ ਕਰਮ ਕਾਂਡ ਹੋ ਗਿਆ। ਕਹਿਣ ਲੱਗੇ ਕਰਮ ਕਾਂਡ ਨਹੀਂ, ਤੂੰ ਇਹ ਕਰਕੇ ਵੇਖ ਤੇ ਸਾਰਾ ਦਿਨ ਵੇਖੀ ਤੇਰਾ ਮਨ ਆਪੇ ਨਾਮ ਵਿੱਚ ਰੁੱਝਿਆ ਰਹੇਗਾ, ਆਪਣੇ ਆਪ ਤੇਰਾ ਮਨ ਸਹਿਜੇ ਜੁੜੇਗਾ। ਤੇ ਇੱਕ ਕਰਮ ਉਸੇ ਟਾਈਮ ਤੇ ਰੋਕਿਆ। ਉਹ ਕਰਮ ਕਿਹੜਾ ਸੀ ਕਿ ਸੂਰਜ ਚੜ੍ਹਨ ਤੋਂ 2-2.5 ਘੰਟੇ ਪਹਿਲਾਂ ਸੌਵੀਂ ਨਾ, ਨੀਂਦ ਵਿੱਚ ਨਾ ਜਾਈ। ਉਹ ਰੋਕਿਆ, ਉਹ ਬੰਦ ਕਰਾ ਦਿੱਤਾ। ਤੇ ਜੇ ਗੁਰੂ ਦੇ ਹੁਕਮ ਦੀ ਉਲੰਘਣਾ ਕਰਦਾ ਸਿੱਖ, ਜੋ ਉਸ ਵਕਤ ਨੂੰ ਨੀਂਦ ਲਈ ਵਰਤ ਲੈਂਦਾ ਹੈ, ਸੌਣ ਵਾਸਤੇ ਵਰਤ ਲੈਂਦਾ ਹੈ, ਤੇ ਬਾਣੀ ਪੜ੍ਹਨ ਵਾਲਿਆਂ ਨੂੰ ਪੁੱਛੋ, ਸਾਰਾ ਦਿਨ ਉਹ ਕਲਪਦੇ ਨੇ ਵੀ ਬਾਣੀ ਵਿੱਚ ਮਨ ਨਹੀਂ ਜੁੜਦਾ, ਅੱਜ ਸਵੇਰੇ ਨਹੀਂ ਜਾਗਿਆ ਗਿਆ। ਹੈ ਨਾ ਕਰਮ ਇਹ ਸਹਾਇਕ। ਸਹਾਇਕ ਕਰਮ ਜਿਹੜੇ ਨਾਮ ਜਪਣ ਵਿੱਚ, ਸ਼ਬਦ ਨਾਲ ਜੁੜਨ ਵਿੱਚ, ਗੁਰੂ ਨਾਲ ਜੁੜਨ ਵਿੱਚ ਸਹਾਇਤਾ ਕਰਦੇ ਨੇ, ਉਹ ਕਰਮ ਸਿੱਖ ਨੂੰ ਦਿੱਤੇ ਨੇ। ਤੇ ਜਿਹੜਾ ਕਰਮ ਕੀਤਿਆਂ ਬੰਦੇ ਦਾ ਮਨ ਨਾਮ ਨਾਲੋਂ ਟੁੱਟ ਜਾਂਦਾ ਹੈ, ਉਹਦੇ ਤੋਂ ਗੁਰੂ ਨੇ ਰੋਕਿਆ ਹੈ। ਇਸ ਕਰਕੇ ਬੜਾ ਸਖਤ ਕਿਹਾ। ਫਰੀਦ ਸਾਹਿਬ ਨੇ ਕਿਹਾ, ਫਰੀਦਾ ਪਿਛਲ ਰਾਤ ਨਾ ਜਾਗਿਓਏ, ਜੀ ਵੰਦੜੋ ਮੋਏ ਹੋਏ। बड़ी चोट मारी। क्या है? मुर्दा है, ये आदमी नहीं है, मुर्दे वांग है। क्यों कहना पिया? ਤਾਂ ਕਹਿਣਾ ਪਿਆ ਵੀ ਬੜੀ ਸਖਤੀ ਨਾਲ ਤਾਕੀਦ ਕਰਨੀ ਸੀ। ਇਹ ਜ਼ਰੂਰੀ ਹੈ, ਸਿੱਖ ਦਾ ਕਰਮ ਹੀ ਇੱਥੋਂ ਸ਼ੁਰੂ ਹੁੰਦਾ। ਅਸੀਂ ਕਹਿੰਦੇ ਹਾਂ ਵਾਰ-ਵਾਰ ਕਿਹਾ ਜਾਂਦਾ ਅੰਮ੍ਰਿਤ ਛਕੀਏ, ਅੰਮ੍ਰਿਤ ਪਾਨ ਕਰੋ, ਜਾਂ ਅਸੀਂ ਕਹਿੰਦੇ ਮੈਂ ਅੰਮ੍ਰਿਤ ਧਾਰੀ ਹਾਂ। ਸਾਧ ਸੰਗਤ ਅੰਮ੍ਰਿਤ ਦਾ ਸੰਬੰਧ ਦੋ ਚੀਜ਼ਾਂ ਨਾਲ ਹੈ, ਅੰਮ੍ਰਿਤ ਵੇਲੇ ਨਾਲ ਤੇ ਗੁਰਬਾਣੀ ਦੇ ਨਾਲ। ਜੇ ਦੋ ਚੀਜ਼ਾਂ ਹਨ ਤੇ ਅੰਮ੍ਰਿਤ ਹੈ, ਜੇ ਅੰਮ੍ਰਿਤ ਵੇਲਾ ਨਹੀਂ ਤੇ ਸਿੱਖ ਦੇ ਜੀਵਨ ਵਿੱਚ ਬਾਣੀ ਨਹੀਂ, ਨਾਮ ਨਹੀਂ, ਅੰਮ੍ਰਿਤਧਾਰੀ ਉਹ ਨਹੀਂ ਹੈ। ਐਵੇਂ ਭਰਮ ਵਿੱਚ ਨਾ ਪੈਣਾ, ਅੰਮ੍ਰਿਤਧਾਰੀ ਉਹ ਹੈ ਨਹੀਂ। ਇਹ ਕਰਮ ਦ੍ਰਿੜ ਕਰਾਇਆ, ਔਰ ਇਹ ਕਰਮ ਜਿਹੜੇ ਨੇ ਨਾਮ ਜਪਣ ਵਿੱਚ ਸਹਾਇਕ ਨੇ। ਨਾਲ ਇਹ ਵੀ ਫਿਰ ਕਿਤੇ ਕਿਤੇ ਕਹਿ ਦਿੱਤਾ ਵੀ ਧਿਆਨ ਰੱਖੀ, ਇਹ ਕਰਮ ਸਿਰਫ ਪੂਰਕ ਨੇ ਸ਼ਬਦ ਨਾਲ ਜੁੜਨ ਵਾਸਤੇ। ਕਿਤੇ ਫਿਰ ਨਾ ਭੁਲੇਖੇ ਵਿੱਚ ਪੈ ਜੀ, ਕਰਮ ਕਰ ਲਵੇਂ ਤੇ ਜੁੜੇ ਨਾ, ਫਿਰ ਇਸ ਕਰਮ ਨੇ ਵੀ ਲੇਖੇ ਵਿੱਚ ਨਹੀਂ ਪੈਣਾ, ਫਿਰ ਤੇਰਾ ਜਾਗਣਾ ਵੀ ਲੇਖੇ ਵਿੱਚ ਨਹੀਂ। ਜੇ ਤੂੰ ਜਾਗਿਆ ਬੈਠਾ ਹੈ ਤੇ ਉੱਥੇ ਇੱਕ ਅਗਲਾ ਕੰਮ ਵੀ ਕਰ ਲਈ। ਕਬੀਰ ਜੀ ਨੇ ਕਿਹਾ, ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ। ਇਹ ਜਿਹੜਾ ਸ਼ਬਦ ਹੈ ਨਾ, ਬੈਠਾ ਰਹੋ ਅਰ ਜਾਗ, ਬਹੁਤ ਪਿਆਰਾ ਹੈ। ਕਿਉਂਕਿ ਅਸੀਂ ਕਈ ਵਾਰੀ ਕਹਿੰਦੇ ਹਾਂ, ਬੰਦਾ ਨਹੀਂ ਮੰਨਦਾ ਕਿ ਮੈਂ ਗਲਤ ਕਰ ਰਿਹਾ ਹਾਂ। ਅਸੀਂ ਕਹਿੰਦੇ ਹਾਂ ਵੀ ਉੱਠ ਪੈਂਦੇ ਹਾਂ ਟਾਈਮ ਨਾਲ, ਪਰ ਉੱਠਣ ਦਾ ਮਤਲਬ ਜਾਗਣਾ ਹੋ ਰਿਹਾ ਤੇ ਉੱਠਣਾ ਹੋ ਰਿਹਾ ਹੈ। ਬੈਠਾ ਰਹੋ
अर जाग, इत्थे हुक्म किया भी जाग भी ते बह उठ के तां तू कुछ कर सकेगा। ये नहीं भी आदमी लम्मा पिया रहे, सुता रहे, आराम करता रहे तो जागया है। बैठा रहो अर जाग, जदों बवेगा ते जागेगा। एक अगला कर्म है, जे ओ छड़ दिता तो इन्हां दोवां ने लेखे विच नहीं पैना। यह भी ध्यान विच रखना। अगली पंक्ति विच लिखिया है, जाके संग ते विछुरा ताहू कै संग लाग। ओदे नाल जुड़ जिहदे नालों तू विछड़ गया, जिहदे नालों तू दूर हो गया है। इहने कर्म उस प्रेम नूं उत्पत्ति करन वास्ते मैं सिर्फ इक्को दी व्याख्या कीती है। ये कर्म सहायक है प्रेम नूं पैदा करन वास्ते। सिख दा मूल मुद्दा है कि ओदा मन जिहड़ा किवें गुरु के शब्द दे विच रहना शुरू करदा है। इस करके पहला जिहड़ा सुभाव सी साडा वो प्रेम बनाया परमात्मा ने, ते ओदे करके साडा पहला जन्म होया। पर जन्म तो बाद कुदरती तौर ते गुरु अमरदास जी कहंदे ने, जदों बच्चे दा जन्म हुंदा है, जन्म तो पहला हर एक मनुख ध्यान विच हुंदा है, शब्द विच जुड़िया हुंदा है। भावें कोई भी है, पापी भी जुड़िया होया है, ये सच है। जन्म तो पहला हिटलर भी जुड़िया है, जन्म तो पहला औरंगजेब भी जुड़िया होया है। क्योंकि जे जन्म तो पहला जेड़े 9-10 महीने का समय जे बच्चा अंदरों ध्यान तो बाहर जाता है, नाम तो वखरा हुंदा है, ते उस वेले उहदी मौत हो जाती है। उहदे शरीर नूं जिंदा रखदा है अंदर नाम, शब्द जिउंदा रखदा है अंदर। भावें उहदे अंदर किन्ने अंतिशकरण विच पाप भरे पए ने, पर उहदी समाधि लगी हुई है, पाप विचे ने। इस करके इत्थे एक होर बड़ा इशारा मिलदा है। कई बारी बंदा शरीर दियां साधनावां करके, शरीर दे आसन सिख के ना समाधि लाउण दी बंदा जाच सिख लैंदा है। ध्यान दिओ, बड़ा ये समझण वाला मुद्दा है। शरीर दियां साधनावां सिख लईआं, इस तरह बहना है, इस तरह अख बंद करनी है, कंकोल सीधा रखना है, ध्यान नूं डैड कीता जा सकदा है, कोई बहुती वड्डी गल नहीं है। वो समाधि लग गई। असीं कहने इस बंदे दी 8 घंटे समाधि लगदी है, 8 घंटे। पर पता उदों लगदा 2 सालां बाद कहंदे ते टुट गया, पता नहीं की होया उसनूं। 2 सालां बाद टुट भी गया, किधर चली गई वो समाधि? वो की होया उसनूं? वो समाधि किवें दी सी? वो समाधि वो सी जिहड़ी बच्चे दे जन्म तो पहला बच्चे दी लगी हुंदी है। इत्थे 8 घंटे दी गल है, बच्चे दी समाधि 9 महीने लगी रहिंदी है अंदर। 9 महीने लगन तो बाद जदों जन्म लैंदा वो सब समाधि टुट जाती, मन माया विच फिर फस जाता है। क्योंकि वो समाधि ने उहदे अंदर दे अंतिशकरण विच पए होए पापां नूं नहीं धोता, कल्ली शरीर दी क्रिया से। और यही फर्क है हठ योग विच ते गुरमत दे विच। असीं भी किते किते हठ योगी हो गए, शरीर दीयां क्रियावां ने बंद कर सकने, उन्हां नूं सिੱਖਿਆ जा सकदा है। आ दातू ते दासू गुरु अंगद देव जी दे पुत्र सन, ते गुरु अंगद देव पातशाह ने ते गुरता गद्दी उत्थे देनी सी जिथे प्रेम सी, जिथे सेवा सी। गुरु अमरदास पातशाह जी नूं गद्दी दे दित्ती। हुण इस गद्दी दे विच सेवा दे विच ते सहज ध्यान दे विच नाम दे विच दोवें बरकतां ने। बंदा आम भी रहिंदा है ते बंदे विच शक्तियां भी रहिंदियां, दोवें चीज़ां। जदों लोड़ पैंदी शक्ति वरती जांदी, नहीं ते नहीं वरती जांदी। पर भुलेखा पै गया उदों दातू ते दासू नूं, जिहड़ा भुलेखा सानूं भी अज पिया है कि 6 महीने साल ला के रिद्धियां सिद्धियां करो इकट्ठियां, 4 बंदे इकट्ठे करो ते अपना काम चलाओ। रिद्धियां सिद्धियां सिੱਖੀ नहीं है। वो रिद्धियां सिद्धियां सिੱਖੀ दी छां है, जरूर है बिल्कुल। जिथे नाम होवेगा, जिथे सिੱਖੀ होवेगी, ओदी छां विच ताकतां वरतणगीਆਂ, कोई शक नहीं। पर छां असीं कहने आ रुख दी लोड़ कोई नहीं, छां असीं जाली बना के बह जाने आ, रुख कोई नहीं। सिੱਖੀ है नहीं ते शक्ति चाहिदी सानूं। उन्हां ने भी यतन कीता। दातू ते दासू तुहानूं पता है, गुरु अमरदास सच्चे पातशाह जी नूं तखत ते बैठिया दातू ने लत मारी सी। हुण एक पासे मालिक है गुरु अमरदास, जिन्हां बारे कहा है कि सेवा करदियां एक दिन
बाबे अमरदास ने नज़र चुकी ते चौहां पासे की देखते ने, इस ब्रह्मंड दीयां सारियां ताकतां चौवें पासे आके खड़ियां हुई ने। ते गुरु अमरदास जी ने वेख्या कौन ने, अजे सिख सन, वेख्या इस ब्रह्मंड दीयां समूह ਜਿਹੜੀਆਂ सूक्ष्म शक्तियां ने बड़ियां वड्डियां, ਉਹ सामने हथ जोड़ के खड़ियां ने। ते गुरु अमरदास जी नूं कहंदियां ने, दसो की हुक्म है, की कारज करिए, की काम करिए। गुरु अमरदास जी उस वेले गुरु अंगद देव जी कोल गए, दौड़ के गए, कहन लगे महाराज किरपा करो। कहंदे किरपा कादी, किरपा तेरे ते हो गई। कहंदे किरपा जरूर है पर यह किरपा मैनू होर दिओ। कहंदे आ वेखो रिद्धियां सिद्धियां दुआले फिरदियां ने, जो मूंहों बोलीदा हो जाता है, जो सोचीए हो ही जाता है। चौहां पासे क्रांति आ गई, शक्ति आउंदी राह विच सिख दे। ते गुरु अंगद देव पातशाह जी नूं कहंदे ने इन्हां नूं वापस लै लो। गुरु अंगद देव महाराज ने क्या पुरखा, पुरखा कहंदे सन उन्हां नूं, पुरखा ये तेरियां ही हन, जदों लोड़ पवेगी वरती, गुरमत दे अनुसार वरत लवीं। ये तेरे कोल रहणगियां, आउंदियां ने ताकतां उत्थे, कोई शक नहीं। पर सिख कदी भी उन्हां नूं चेते विच नहीं रखदा कि वो मेरे कोल हैन। जदों सहज सुभाए वरतणगियां वरत जाणगियां। इस भुलेखे विच आके जदों गुरु अमरदास गुरता गद्दी ते बैठे ते उस थां ते साध संगत गुरु अंगद देव जी दा पुत्र सी दातू ते दासू, उन्हां नूं भुलेखा पै गया बई वर दईए ते श्राप दईए ते गुरु बन जाइदा। पलंग ला लो, वड्डा सारा चौर वाला बंदा रख लो दिहाड़ी ते गुरु बनना किहड़ा औखा है। उत्थे भाई गुरदास जी कहंदे ने कि दातू किसे सिद्ध कोल गया, जिहदे कोल रिद्धियां सिद्धियां सन, उहनूं कहंदा मैनूं रिद्धियां सिद्धियां सिखा दे। उहनूं जिन्नियां को आउंदियां सन सिखा दित्तियां उहने। भाई गुरदास जी कहंदे ने दातू सिद्ध आसन सिख आया। भाई दातू सिद्धां दे आसन सिख के आया। प्रयोजन की सी, तख्त ते बवांगा, लोकां नूं दर्शन दियांगा, पिटावां लवांगा। उन्हें सिखाइयां, बह गया तख्त ते, तख्त लाया भी। ये अज दी घटना नहीं, पहलां भी लगदे रहने नाल। वो आसन ला के बह गया। पर साध संगत, एक हुंदा समुंदर दा पानी, एक हुंदा गिलास विच पिया होया पानी, वो भी गिलास वाला भी पानी है। हाँ, किसी गिलास का संबंध समुंदर नाल होवे फिर वो भी नहीं मुकदा। सिख कोल कोई शक्ति नहीं, वो गुरु नाल कनैक्शन कर लैंदा, सिर्फ उथों आउंदी है। असीं इस भरम विच पै गए हां। इस करके ये ताकतां ते सन, पर साध संगत ये रस्ते विच भटकाउण वालियां सन। खुद गुरु तेग बहादुर साहब पातशाह ने जदों बाबे बकाले विच बैठे सन, एक व्यक्ति, एक सिख बड़ी दूर अरदास करदा है कि सच्चे पातशाह मेरा जहाज डुब चला है, मेरे ते कृपा करो। भाई मक्खन शाह, मेरा जहाज डुबन लगा, बचाओ। जदों ने अरदास की ते गुरु तेग बहादुर साहब पातशाह ने उहदा जहाज बन्ने लाया, बेड़ा बन्ने लाया। जदों बेड़ा बन्ने लाया ते उहने आ मन दे विच एक अरदास कीती सी। सुखना शब्द असीं ना वरतीए भावें, पर यह अरदास ते हुंदी है ना बंदे दी, भी मैं जाके गुरु साहब दे चरनां विच चढ़ावांगा, दियांगा। उहने अरदास कीती सी 500 मोहर मैं सतगुरु दे दर ते दियांगा। जदों बेड़ा बन्ने लग गया, तुरदा नाल वड्डा आदमी सी, लाओ लश्कर लैके अमृतसर गया। पता नहीं लगता गुरु कौन है। गुरु अंगद देव जी गुरु हरकृष्ण साहब चढ़ाई कर गए ते कह गए सन बाबा बकाले, बकाले विच है बाबा इस वजह। जदों अमृतसर गया उन्होंने कहा इत्थे कोई गुरु नहीं, पता नहीं कौन है। फिर गया बकाले, बकाले 22 बैठे सन अगे मंजियां ते। हुण पता नहीं लगता गुरु कौन इन्हां विचों। 5-5 मोहरां रखदा रहा ते मन विच विचार कीती, जेड़ा गुरु होवेगा वो 500 मंग लेगा। जदों उन्होंने 5-5 लईयां, वलेट लईयां, जेब विच पाईयां। फिर भाई मक्खन शाह जांदा गुरु तेग बहादुर साहब कोल। अगे माता गुजरी जी ने, माता नानकी जी ने। उन्हां दी ड्यूटी सी किसी नूं मिल नहीं देना।
ਇਕਾਂਤ ਵਿੱਚ ਰਹੇ। ਬਹੁਤਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਇਸ ਧਰਤੀ ਤੇ, ਬਕਾਲੇ ਦੀ ਧਰਤੀ ਤੇ ਮੇਣੇ ਰੱਖਦਾ। 25-26 ਸਾਲ ਦਾ ਜੀਵਨ ਨਿਰੰਤਰ ਇਕਾਂਤ ਵਿੱਚ ਬਿਤਾ ਦੇਣਾ, ਸਿਮਰਨ ਵਿੱਚ ਬਿਤਾ ਦੇਣਾ। ਜਦੋਂ ਗਿਆ ਤੇ ਮਾਤਾ ਗੁਜਰੀ ਜੀ ਨੇ ਕਿਹਾ ਇਜਾਜ਼ਤ ਨਹੀਂ। ਬਾਹਰ ਜਦੋਂ ਗੱਲਬਾਤ ਹੋ ਰਹੀ ਸੀ ਤੇ ਮਾਤਾ ਨਾਨਕੀ ਜੀ ਨੇ ਵੀ ਕਿਹਾ ਵੀ ਗੁਜਰੀ ਅੰਦਰ ਜਾਣ ਦੇ ਇਸ ਨੂੰ, ਤੇ ਅੰਦਰੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਸ਼ਾਰਾ ਕਰ ਦਿੱਤਾ ਵੀ ਇਹਨੂੰ ਅੰਦਰ ਆਉਣ ਦਿਓ। ਬੜੀ ਦੂਰੋਂ ਆਇਆ ਹੈ। ਜਦੋਂ ਅੰਦਰ ਜਾ ਕੇ ਨਾ 5 ਮੋਹਰਾਂ ਰੱਖੀਆਂ ਭਾਈ ਮੱਖਣ ਸ਼ਾਹ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਚਨ ਕਹਿਣ ਲੱਗੇ, ਮੱਖਣ ਸ਼ਾਹ ਜਿੱਦਣ ਡੁੱਬਦਾ ਸੈ ਉਦਣ 500, ਅੱਜ ਬੇੜਾ ਬੰਨੇ ਲੱਗ ਗਿਆ ਤੇ 5 ਰਹਿ ਗਈਆਂ ਨੇ। ਤਿਆਗੀ ਹੈ ਗੁਰੂ, ਵਿਰਾਗੀ ਹੈ, ਉਦਾਸੀ ਹੈ। ਪਰ ਤਿਆਗ ਵਿਰਾਗ ਦੇ ਅਰਥ ਮਾਇਆ ਦਾ ਤਿਆਗ ਨਹੀਂ ਸੀ। ਕਹਿਣ ਲੱਗੇ ਅੱਜ 5 ਤੇ ਬਸ ਗੁਰੂ ਦੇ ਦੀਦਾਰ, ਕਿਉਂਕਿ ਗੁਰੂ ਨੂੰ ਤੇ ਧਰਮ ਨੂੰ ਤੇ ਪਰਮਾਤਮਾ ਨੂੰ ਸੱਚ ਜਾਣੋ। ਆਦਮੀ ਮੰਨੇਗਾ ਹੀ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਕੋਈ ਨਾ ਕੋਈ ਕ੍ਰਿਸ਼ਮਾ ਨਹੀਂ ਨਾ ਵਾਪਰਦਾ, ਉਹਨਾਂ ਚਿਰ ਸ਼ਬਦ ਸਿਰਫ ਧਰਮਾਂ ਵਿੱਚ, ਸ਼ਬਦਾਂ ਵਿੱਚ ਧਰਮ ਰਹਿੰਦਾ ਹੈ। ਉਹਨਾਂ ਚਿਰ ਅੰਦਰ ਨਹੀਂ। ਬੰਦੇ ਦਾ ਮਨ ਜਿਹੜਾ ਹੈ ਉਹ ਕੁਝ ਨਾ ਕੁਝ ਚਾਹੁੰਦਾ ਹੈ ਵੀ ਆ ਹੋਵੇ, ਸਾਹਮਣੇ ਵੇਖੇ। ਤੇ ਜਦੋਂ ਵਾਪਰੇਗਾ, ਜਦੋਂ ਵਾਪਰਿਆ ਸਾਹਮਣੇ, ਮੱਖਣ ਸ਼ਾਹ ਦੇ ਅੰਦਰੋਂ ਪ੍ਰੇਮ ਦਾ ਇੱਕ ਉਬਾਲ ਆਇਆ। ਸਾਰੀਆਂ ਮੋਹਰਾਂ ਉੱਥੇ ਢੇਰੀ ਕਰ ਦਿੱਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੇਖਿਆ ਵੀ ਮੱਖਣ ਸ਼ਾਹ ਆਪੇ ਤੋਂ ਬਾਹਰ ਹੋ ਗਿਆ ਹੈ, ਕਿਉਂਕਿ ਇਹ ਕਿਰਪਾ ਹੈ। ਕਿਰਪਾ ਨੂੰ ਹੁਣ ਪਛਾ ਨਹੀਂ ਸਕੇਗਾ, ਗੁਰੂ ਦਾ ਹੁਕਮ ਹੀ ਸੀ। ਉਹਨੇ ਫਿਰ ਬਾਹਰ ਜਾ ਕੇ ਰੌਲਾ ਪਾਇਆ, ਗੁਰੂ ਲਾਧੋ ਰੇ, ਪੂਰਾ ਗੁਰੂ ਇੱਧਰ ਹੈ। ਰੌਲਾ ਪਾ ਕੇ ਉੱਥੇ ਸੰਗਤ ਨੂੰ ਜੋੜਿਆ। ਬੇਨਤੀ ਕਰ ਰਿਹਾ ਸਾਂ, ਇਹ ਤਾਕਤਾਂ ਨੇ ਜਹਾਜ਼ ਬੰਨੇ ਲਾਇਆ, ਪਰ ਇਹਨਾਂ ਦੀ ਵਰਤੋਂ ਸਿੱਖੀ ਦੇ ਅਨੁਸਾਰ ਗੁਰੂ ਸਾਹਿਬ ਨੇ ਸਿਖਾਈ। ਮੈਂ ਬੇਨਤੀ ਕਰ ਰਿਹਾ ਸਾਂ, ਜਨਮ ਤੋਂ ਪਹਿਲਾਂ ਬੱਚਾ ਜਿਹੜੀ ਸਮਾਧੀ ਵਿੱਚ ਹੈ, ਭਾਵੇਂ ਉਹ ਪਾਪੀ ਹੈ ਭਾਵੇਂ ਪੁੰਨੀ ਹੈ, ਸਮਾਧੀ ਉਹਦੀ ਲੱਗੀ ਹੋਈ ਹੈ। ਤੇ ਮੈਂ ਵੀ ਬੇਨਤੀ ਕਰਦਿਆਂ, ਜੇ ਬੰਦੇ ਦਾ ਅੰਦਰ ਨਹੀਂ ਧੁੱਪਿਆ, ਉਹਦੇ ਮਨ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਗੰਧ ਨਹੀਂ ਨਿਕਲਿਆ, ਕਿਉਂ ਨਾ ਸਮਾਧੀ ਲਾ ਲਵੇ, ਉਹ ਸਿੱਧ ਹੈ ਨਹੀਂ, ਉਹ ਸੰਤ ਹੈ ਨਹੀਂ ਹੈ। ਸਮਾਧੀ ਦੇ ਉੱਤੇ ਡਿਪੈਂਡ ਨਾ ਕਰਨਾ। ਉਸੇ ਦਸ਼ਾ ਵਿੱਚ ਚਲਾ ਜਾਏਗਾ ਜਿਹਦੇ ਵਿੱਚ ਬੱਚਾ ਸੀ, ਤੇ ਬੱਚੇ ਦਾ ਜਨਮ ਹੋਇਆ, ਫਿਰ ਸਮਾਧੀ ਗਈ ਕਿੱਧਰ ਦੀ ਕਿੱਧਰ, ਫਿਰ ਹੋ ਗਿਆ ਸੰਸਾਰੀ। ਇਸੇ ਤਰ੍ਹਾਂ ਜਿਹੜਾ ਬੰਦਾ ਆਪਣੇ ਸਿਰਫ ਸਰੀਰ ਨੂੰ ਰੋਕ ਲੈਂਦਾ ਹੈ, ਅਸੀਂ ਕਹਿੰਦੇ ਫਲਾਣੇ ਥਾਂ ਤੇ ਜਾਓ ਜੀ, ਉੱਥੇ ਧਿਆਨ ਲਾਉਣ ਦੀ ਜਾਂਚ ਦੱਸਦੇ। ਧਿਆਨ ਲਾਉਣਾ ਠੀਕ ਹੈ, ਚੰਗੀ ਗੱਲ ਹੈ, ਰੁਕ ਜਾਏ, ਪਰ ਜਿਹੜਾ ਸੱਚੇ ਪਾਤਸ਼ਾਹ ਨੇ ਕਿਹਾ ਨਾ, ਉਹ ਤਰੀਕਾ ਹੋਰ ਹੈ। ਉਹ ਕਹਿੰਦੇ ਨੇ ਪਿਆਰ ਕਰ ਰੱਬ ਨੂੰ, ਨਾਮ ਜਪ, ਇਸ ਰਾਹ ਤੇ ਤੁਰ। ਤੇ ਜਦੋਂ ਤੇਰਾ ਅੰਦਰ ਧੁੱਪਦਾ ਜਾਏਗਾ ਨਾ, ਧੁੱਪਦਾ ਜਾਏਗਾ, ਜਦੋਂ ਪੂਰਾ ਸ਼ੁੱਧ ਹੋ ਜਾਏਗਾ, ਉਦੋਂ ਲੱਗੇਗਾ ਸਹਿਜ ਧਿਆਨ। ਸਹਿਜ ਧਿਆਨ ਦਾ ਮਤਲਬ ਬਿਨਾਂ ਲਾਉਣ ਤੋਂ ਲੱਗਣਾ। ਆਦਮੀ ਲਾਉਣਾ ਨਹੀਂ ਚਾਹੁੰਦਾ, ਪਰ ਸ਼ਬਦ ਉਹਦੇ ਧਿਆਨ ਨੂੰ ਧੂ ਕੇ ਉਹਦੇ ਕੇਂਦਰ ਤੇ ਲੈ ਕੇ ਜਾਂਦਾ ਹੈ, ਖਿੱਚਦਾ ਹੈ ਉਸ ਨੂੰ। ਉਹ ਹੈ ਅਸਲੀ ਧਿਆਨ। ਥੋੜਾ ਜਿਹਾ ਯਤਨ ਸਿੱਖ ਕਰਦਾ ਹੈ। ਜੇ ਸਿੱਖ ਨੇ ਧਿਆਨ ਲਾਉਣਾ ਵੀ ਹੈ ਤੇ ਉਸ ਸਿਧਾਂਤ ਨੂੰ ਯਾਦ ਰੱਖੇ, ਜਿਹਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਕਦਮ ਚੁੱਕੇ ਸਿੱਖ ਤੇ ਹਜ਼ਾਰਾਂ ਕਦਮ ਗੁਰੂ ਉਹਦੇ ਵੱਲ ਤੁਰ ਕੇ ਆਵੇ। 1% ਸਿੱਖ ਲਾਏ ਧਿਆਨ ਤੇ 99% ਗੁਰੂ ਉਹਦੇ ਧਿਆਨ ਨੂੰ ਖਿੱਚੇ। ਉਹ ਹੈ ਅਸਲੀ ਸਿੱਖ ਦਾ ਧਿਆਨ। ਉਹਨੂੰ ਕਹਿ ਕਲਗੀਆਂ ਵਾਲੇ ਨੇ, ਧਿਆਨ ਧਰੋ ਤੇ ਕੋ ਮਨ ਮੈਂ, ਜੇ ਕੋ ਅਮਤੋਜ ਸਭੈ ਜਗ ਛਾਇਓ। ਤੇ ਅੰਦਰ ਜਿੰਨਾ ਚਿਰ, ਇਸ ਲਈ ਕਿਹਾ, ਮਤ ਨੂੰ ਧੋ, ਪਾਪਾਂ ਨਾਲ ਭਰੀ ਗਈ ਹੈ। ਨਾਮ ਨੂੰ ਪਿਆਰ ਕਰ, ਨਾਮ ਜਪ, ਗੁਰਬਾਣੀ ਨੂੰ ਪਿਆਰ ਕਰ, ਸੇਵਾ ਕਰ, ਅੰਦਰ ਨੂੰ ਝੁਕਾਉਣ ਦਾ ਯਤਨ ਕਰ, ਅੰਦਰ ਵਿੱਚ ਨਰਮਾਈ ਪੈਦਾ ਕਰ। ਇਹ ਗੁਣ ਜਿਉਂ-ਜਿਉਂ ਆਉਣਗੇ, ਅੰਦਰੋਂ ਸਾਰੇ ਪਸ਼ੂ ਨਿਕਲ ਜਾਣਗੇ, ਬਿਰਤੀਆਂ ਬਾਹਰ ਨਿਕਲ ਜਾਣਗੀਆਂ। ਜਦੋਂ ਸਾਰੇ ਪਸ਼ੂਆਂ ਦੀਆਂ ਬਿਰਤੀਆਂ ਬਾਹਰ ਨਿਕਲ ਗਈਆਂ, ਉਸ ਵੇਲੇ ਤੇਰੇ ਅੰਦਰ ਪ੍ਰੇਮ ਦੀ ਕਿਰਨ ਪੈਦਾ ਹੋਵੇਗੀ। ਉਸ ਵੇਲੇ ਜਨਮ ਦਾ ਅਸਲੀ ਮਨੋਰਥ ਪਤਾ ਲੱਗੇਗਾ। ਉਹਦੇ ਤੋਂ ਪਹਿਲਾਂ ਮਨੁੱਖ ਭਟਕਦਾ ਰਹੇਗਾ, ਭਰਮਦਾ ਰਹੇਗਾ,
इस करके पहला जन्म होया मनुख दा प्रेम की वासना करके परमात्मा ने आप कराया। ਉਹਦੇ ਤੋਂ ਬਾਅਦ ਅਸੀਂ ਜਨਮੇ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਦੇਸ਼ ਜਿੱਥੇ ਅਸੀਂ ਜੀ ਰਹੇ ਹਾਂ ਇੱਥੇ ਮਾਇਆ ਦੀ ਰੇਂਜ ਹੈ। ਮਾਇਆ ਮਨੁੱਖ ਨੂੰ ਖਿੱਚਦੀ ਕੁਦਰਤੀ ਹੈ। ਬਾਹਰ ਉਹਨੇ ਖਿੱਚਣਾ ਜਨਮ ਤੋਂ ਬਾਅਦ ਕੁਝ ਵੇਖੇਗਾ, ਕੁਝ ਸੁਣੇਗਾ, ਕੁਝ ਬੋਲੇਗਾ, ਕੁਝ ਕੰਮ ਕਰੇਗਾ ਤਾਂ ਹੀ ਸਰੀਰ ਚੱਲੇਗਾ ਨਾ। ਮਾਇਆ ਉਸਨੇ ਆਪ ਬਣਾਈ ਪਰ ਇੱਥੇ ਗਲਤੀ ਕੀ ਹੋਈ? ਪਾਣੀ ਉਸਨੇ ਆਪ ਬਣਾਇਆ ਪਰ ਪਾਣੀ ਡੁੱਬਣ ਵਾਸਤੇ ਨਹੀਂ ਸੀ ਬਣਾਇਆ, ਪਾਣੀ ਤਰਨ ਵਾਸਤੇ ਬਣਾਇਆ। ਸੰਸਾਰ ਨੂੰ ਸਮੁੰਦਰ ਕਿਹਾ ਹੀ ਤਾਂ ਹੈ। ਸਮੁੰਦਰ ਦਾ ਅਰਥ ਹੁੰਦਾ ਪਾਣੀ। ਸਾਧ ਸੰਗਤ ਤਰਨਾ ਹੋਵੇ ਤਾਂ ਵੀ ਪਾਣੀ ਚਾਹੀਦਾ ਹੈ, ਡੁੱਬਣਾ ਹੋਵੇ ਤੇ ਤਾਂ ਵੀ ਪਾਣੀ ਚਾਹੀਦਾ ਹੈ। ਪਰਮਾਤਮਾ ਨਾਲ ਜੁੜਨਾ ਹੋਵੇ ਤੇ ਮਾਇਆ ਚਾਹੀਦੀ ਏ, ਪਰਮਾਤਮਾ ਤੋਂ ਟੁੱਟਣਾ ਹੋਵੇ ਤੇ ਤਾਂ ਵੀ ਮਾਇਆ ਹੀ ਤੋੜਦੀ ਹੈ। ਆਪ ਜੀ ਕਹੋਗੇ ਪਰਮਾਤਮਾ ਨਾਲ ਜੁੜਨਾ ਹੋਵੇ ਤੇ ਮਾਇਆ ਦੀ ਕੀ ਲੋੜ ਹੈ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾ, ਜੇ ਰੱਬ ਨਾਲ ਜੁੜਨਾ ਹੈ ਤੇ ਸਰੀਰ ਮੰਗਣਾ ਪਏਗਾ, ਸਰੀਰਧਾਰੀ ਹੋਣਾ ਪਏਗਾ, ਤੈਨੂੰ ਜਨਮ ਲੈਣਾ ਪਏਗਾ। ਇਸ ਦੇਹੀ ਕੋ ਸਿਮਰੈ ਦੇਵ, ਇਹ ਦੇਹੀ ਦੇਵਤੇ ਵੀ ਮੰਗਦੇ ਨੇ। ਤੇ ਦੇਹੀ ਕੀ ਹੈ? ਸਰੀਰ ਕੀ ਹੈ? ਸਰੀਰ ਦੇ ਕੀ ਅਰਥ ਨੇ? ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਸਰੀਰ ਸਭ ਤੋਂ ਵੱਡੀ ਮਾਇਆ। ਸਰੀਰ ਮਾਇਆ ਹੈ। ਮਾਇਆ ਤੋਂ ਬਿਨਾ ਪਰਮਾਤਮਾ ਨਾਲ ਕਿਵੇਂ ਜੁੜੋਗੇ? ਸਰੀਰ ਤੋਂ ਬਿਨਾ ਕਿਵੇਂ ਜੁੜੋਗੇ? ਸਰੀਰ ਹੀ ਨਹੀਂ, ਮਾਇਆ ਹੀ ਪਰਮਾਤਮਾ ਨਾਲ ਜੋੜਨ ਦਾ ਸਾਧਨ ਹੈ। ਇਸ ਲਈ ਕਈ ਵਾਰੀ ਬੰਦਾ ਭੁਲੇਖੇ ਵਿੱਚ ਪੈ ਜਾਂਦਾ ਵੀ ਮਾਇਆ ਬਣਾਈ ਰੱਬ ਨੇ, ਇੱਧਰ ਰੌਲਾ ਕਿਉਂ ਪਾਉਂਦੇ ਨੇ ਧਰਮੀ ਬੰਦੇ? ਮਾਇਆ ਤੋਂ ਬਚੋ। ਵੈਸੇ ਬਹੁਤੇ ਰੌਲਾ ਪਾ ਦਿੰਦੇ ਨਾ, ਇੰਨਾ ਚਾਹੀਦਾ ਨਹੀਂ ਹੈ, ਲੋੜ ਤੋਂ ਵੱਧ ਹੈ। ਉਹਦਾ ਫੈਸਲਾ ਨਹੀਂ ਕੀਤਾ ਜਾਂਦਾ ਮਾਇਆ ਤਿਆਗੋ ਜੀ ਛੱਡੋ, ਮਾਇਆ ਤੋਂ ਉੱਚੇ ਉਠੋ। ਇਹ ਬੜੇ ਮਹਾਂਪੁਰਸ਼ ਨੇ ਜੀ, ਇਹ ਮਾਇਆ ਨੂੰ ਹੱਥ ਹੀ ਕੋਈ ਨਹੀਂ ਲਾਉਂਦੇ। ਇਹ ਜੀ ਖਾਂਦੇ ਕੁਝ ਨਹੀਂ। ਇਸ ਤਰ੍ਹਾਂ ਦੇ ਕੁਝ ਗਿਆਨ ਐਸੇ ਜੋੜ ਦਿੱਤੇ ਜਾਂਦੇ ਨੇ ਧਰਮ ਦੇ ਨਾਲ ਕਿ ਜਿਨ੍ਹਾਂ ਦਾ ਕੋਈ ਕਿਤੇ ਬੇਸ ਨਹੀਂ ਹੁੰਦਾ, ਧਰਮ ਵਿੱਚ ਪੈਰ ਨਹੀਂ ਲੱਗਦੇ ਕਿਤੇ। ਉਹ ਵੈਸੇ ਬਣਾਏ ਜਾਂਦੇ ਨੇ, ਇੱਕ ਬੋਲਦਾ ਦੂਜਾ ਤੀਜਾ, ਉਹ ਗਿਆਨ ਪੱਕਾ ਹੋ ਜਾਂਦਾ ਹੈ। ਉਹ ਸਹਿਜੇ ਸਹਿਜੇ ਪਰਮਾਨੈਂਟਲੀ ਫਿਕਰੇ ਬਣ ਜਾਂਦੇ ਨੇ। ਜਿਹੜਾ ਜਨਮ ਲੈਂਦਾ ਉਹ ਬੋਲੀ ਜਾਂਦਾ, ਉਹ ਚਲਾ ਜਾਂਦਾ, ਪਿਛਲਾ ਹੁੰਦਾ ਉਹ ਵੀ ਬੋਲੀ ਜਾਂਦਾ, ਉਹਦੇ ਅਰਥ ਕੋਈ ਨਹੀਂ ਹੁੰਦੇ। ਮਾਇਆ ਤੋਂ ਬਿਨਾ ਪਰਮਾਤਮਾ ਨਾਲ ਸੰਬੰਧਿਤ ਨਹੀਂ ਹੋਇਆ ਜਾ ਸਕਦਾ। ਸਰੀਰ ਹੈ ਪਰਮਾਤਮਾ ਨੂੰ ਮਿਲਣ ਦਾ ਸਾਧਨ, ਸਰੀਰ ਮਾਇਆ ਹੀ ਹੈ ਸਾਰਾ। ਇਸ ਕਰਕੇ ਪਰ ਜਦੋਂ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਲੋੜ ਤੋਂ ਵੱਧ ਅਸੀਂ ਇਸ ਮਾਇਆ ਦੀ ਵਰਤੋਂ ਕਰ ਲਈ। ਆ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਕਿ ਬੰਦੇ ਦਾ ਜੀਵਨ ਹੈ ਪਾਣੀ। ਪਾਣੀ ਵੀ ਸਾਧ ਸੰਗਤ ਮਿਲੇ ਨਾ ਤੇ ਮਨੁੱਖ ਮਰਦਾ ਹੈ, ਤੇ ਜੇ ਪਾਣੀ ਬਹੁਤਾ ਪੀ ਜਾਈਏ ਤਾਂ ਵੀ ਬੰਦਾ ਮਰਦਾ ਹੈ। ਦੋਵਾਂ ਹਾਲਤਾਂ ਵਿੱਚ ਉਹਦਾ ਇੱਕ ਥਾਂ ਹੈ ਕਿ ਕਿੰਨਾ ਇਹਨੂੰ ਵਰਤਣਾ ਹੈ। ਪਾਣੀ ਇੱਕ ਐਸਾ ਤੱਤ ਹੈ ਕਿ ਜਿਹੜਾ ਹਰ ਇੱਕ ਥਾਂ ਤੇ ਮੌਜੂਦ ਰਹਿੰਦਾ ਇਸ ਬ੍ਰਹਿਮੰਡ ਦੇ ਵਿੱਚ। ਇੱਥੋਂ ਤੱਕ ਵੀ ਕਹਿੰਦੇ ਮਿੱਟੀ ਨੂੰ 400 ਡਿਗਰੀ ਤੇ ਸਾੜ ਦਿਓ। 400 ਡਿਗਰੀ ਕਿੰਨਾ ਤਾਪਮਾਨ ਹੈ? ਉੱਥੇ ਵੀ ਪਾਣੀ ਦੇ ਤੱਤ ਮੌਜੂਦ ਉਸ ਮਿੱਟੀ ਵਿੱਚ ਰਹਿੰਦੇ ਨੇ। ਇੰਨਾ ਗਹਿਰਾ ਹੈ ਉਹ ਜੀਵਨ ਕਿ ਉਹ ਕਿਸੇ ਥਾਂ ਨੂੰ ਤਿਆਗਦਾ ਨਹੀਂ। ਪਰ ਜਦੋਂ ਉਹ ਪਾਣੀ ਜਿਹੜਾ ਹੈ ਬਹੁਤਾ ਹੋ ਜਾਏ, ਬੰਦੇ ਨੂੰ ਡੋਬ ਵੀ ਦਿੰਦਾ ਹੈ, ਜ਼ਿਆਦਾ ਪੀਣ ਨਾਲ ਬੰਦਾ ਬਿਮਾਰ ਵੀ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ, ਇਸ ਜਨਮ ਵਿੱਚ ਜਦੋਂ ਮਾਇਆ ਦੀ ਵਰਤੋਂ ਗੁਰੂ ਤੋਂ ਬਿਨਾਂ ਕਰ ਲਈ ਤਾਂ ਉਦੋਂ ਜਨਮਾਂ ਜਨਮਾਂ ਦੀ ਭਟਕਣਾ, ਜਨਮਾਂ ਜਨਮਾਂ ਦੇ ਦੁੱਖ ਆਉਣੇ ਸ਼ੁਰੂ ਹੋ ਗਏ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ, ਜਨਮ ਜਨਮ ਭਰਮਤ ਫਿਰਿਓ। ਭਰਮਤ ਦਾ ਅਰਥ ਹੈ ਭਰਮਣ ਕਰਨਾ, ਤੁਰਨਾ, ਸਫ਼ਰ ਕਰਨਾ। ਭਰਮਤ ਸ਼ਬਦ ਭਰਮ ਤੋਂ ਬਣਿਆ ਹੈ। ਵੈਸੇ ਭਰਮਣ ਦਾ ਅਰਥ ਹੈ ਬਿਨਾਂ ਕਾਰਜ ਤੋਂ ਤੁਰਨਾ, ਭਰਮਣ ਕਰਨਾ। ਜਿਵੇਂ ਕਿਹਾ ਨਾ ਬਾਣੀ ਦੇ ਵਿੱਚ, ਕੋਲੂ ਦਾ ਬੈਲ, ਕੋਲੂ ਦਾ ਬੈਲ ਹੈ, ਭਰਮਣ ਕਰੀ ਜਾਂਦਾ। ਜਿੱਥੋਂ ਸਵੇਰੇ ਤੁਰਦਾ ਉੱਥੇ ਸ਼ਾਮ ਨੂੰ ਆ ਜਾਂਦਾ। ਪਰ ਉਸ ਕੋਲੂ ਦਾ ਜਾਂ ਹਰਟ ਦਾ ਜਿਹੜਾ ਬੈਲ ਹੁੰਦਾ ਹੈ
ਉਹਦਾ ਪ੍ਰਯੋਜਨ ਹੈ ਕੋਈ, ਕਿਉਂਕਿ ਉਹ ਤੇਲ ਕੱਢ ਰਿਹਾ। ਉਹ ਤੁਰਦਾ ਭਾਵੇਂ ਇੱਕੋ ਥਾਂ ਤੇ ਹੀ, ਪਰ ਉਹ ਕਿਸੇ ਪ੍ਰਯੋਜਨ ਵਿੱਚ ਖੜਾ ਹੈ। ਕੋਈ ਵੀ ਜਿਹੜਾ ਕਰਮ ਹੈ ਜਿਹਦੇ ਵਿੱਚੋਂ ਕੋਈ ਸਿੱਟਾ ਨਿਕਲਦਾ, ਭਾਵੇਂ ਉਹ ਧਰਮ ਦਾ ਕਰਮ ਹੈ। ਆਪਾਂ ਕਈ ਵਾਰੀ ਕਹਿੰਦੇ ਰਿਪੀਟਿੰਗ ਨਾ ਕਰੋ ਸ਼ਬਦ ਦੀ, ਨਾਮ ਵਾਰ-ਵਾਰ ਨਾ ਜਪੋ। ਜੇ ਉਹਦੇ ਵਿੱਚੋਂ ਪ੍ਰੇਮ ਦੇ ਬੂੰਦਾਂ ਡਿੱਗਦੀਆਂ ਨੇ ਤੇ ਉਹ ਰਿਪੀਟਿੰਗ, ਉਹ ਭਰਮਣ ਮਾੜਾ ਨਹੀਂ ਹੈ, ਉਹ ਗਲਤ ਨਹੀਂ ਹੈ। ਆਖਰ ਤੇ ਥੋੜਾ ਜਿਹਾ ਕੋਈ ਖਾਲੀ ਚੱਲੇਗਾ ਤਾਂ ਹੀ ਕਿਤੇ ਰਸ ਆਵੇਗਾ ਨਾ, ਸਿੱਧਾ ਪਹਿਲੇ ਦਿਨ ਥੋੜੀ ਪ੍ਰੇਮ ਆਉਣ ਲੱਗਾ ਹੈ। ਅਸੀਂ ਕਹਿੰਦੇ ਹਾਂ ਮਨ ਤੇ ਟਿਕਿਆ ਨਹੀਂ, ਕੀ ਕਰਮ ਕਾਂਡ ਕਰਦੇ ਹੋ ਪਏ, ਬਾਣੀ ਵਾਰ-ਵਾਰ ਜਪਜੀ ਸਾਹਿਬ ਵਾਰ-ਵਾਰ ਕਿਉਂ ਜਪਦੇ ਹੋ? ਜਪਣਾ ਪਏਗਾ, ਇਹ ਕਰਮ ਕਾਂਡ ਨਹੀਂ ਹੈ। ਮੈਂ ਇੱਥੇ ਉਦਾਹਰਨ ਦਿਆਂ, ਨਲਕੇ ਦਾ ਪਾਣੀ ਲੈ ਜਾਏ ਤੇ ਉਹਦੇ ਉੱਤੋਂ ਪਾਣੀ ਪਾਈਏ ਤੇ ਕਿੰਨਾ ਚਿਰ ਨਲਕਾ ਖਾਲੀ ਗੇੜਨਾ ਪੈਂਦਾ ਤਾਂ ਥੱਲੇ ਵਾਲਾ ਚੁੱਕਦਾ। ਇਹਨੇ ਵੀ ਪਹਿਲੀ ਬੋਕੀ ਅਸੀਂ ਕਹੀਏ ਪਾਣੀ ਆਵੇਗਾ ਤੇ ਗੇੜਾਂਗੇ, ਇਹ ਕਿੱਧਰ ਦਾ ਵਿਗਿਆਨ ਹੈ? ਅਸੀਂ ਕਹਿੰਦੇ ਮਨ ਜੁੜੇਗਾ ਤੇ ਜਪਾਂਗੇ, ਵੈਸੇ ਕੀ ਫਾਇਦਾ ਹੈ? ਨਲਕਾ ਅਸੀਂ ਗੇੜਨੇ ਆ ਤੇ ਕਈ ਵਾਰੀ, ਹੁਣ ਤਾਂ ਨਲਕੇ ਘਟ ਗਏ, ਹੱਥੀ ਵਾਲੇ ਜਿਹੜੇ ਗੇੜ ਕੇ ਪਾਣੀ ਕੱਢਿਆ ਜਾਂਦਾ ਸੀ, ਥੋੜਾ ਸਮਾਂ ਹੋਇਆ ਤੁਸੀਂ ਵਹਿੰਦੇ ਸੋ, ਅੱਜ ਵੀ ਕਿਤੇ ਕਿਤੇ ਹਨ। ਕਈ ਵਾਰੀ ਉਹਨਾਂ ਦਾ ਪਾਣੀ ਲੈ ਜਾਂਦਾ ਸੀ ਤੇ ਉਹਨਾਂ ਨੂੰ ਕਈ ਵਾਰੀ 1-1 ਘੰਟਾ ਖਾਲੀ ਗੇੜਨਾ ਪੈਂਦਾ ਸੀ ਤਾਂ ਉਹ ਪਾਣੀ ਚੁੱਕਦੇ ਸਨ। ਜਾਂ ਕਿਤੇ ਟਿਊਬਵੈੱਲ ਹੈ, ਕਿਤੇ ਬੋਰ ਹੈ, ਤੁਸੀਂ ਕਈ ਵਾਰੀ ਵੇਖੋ ਕਿ ਪਾਣੀ ਛੱਡ ਜਾਏਗਾ। ਜਿਨ੍ਹਾਂ ਨੇ ਵਾਹੀ ਖੇਤੀ ਕੀਤੀ ਜਾਂ ਇਹ ਜਿਹੜਾ ਪਾਣੀ ਸਪਲਾਈ ਵਾਲੇ ਨੇ, ਉਹਨਾਂ ਨੂੰ ਇਹਦੀ ਟ੍ਰੇਨਿੰਗ ਦਿੱਤੀ ਜਾਂਦੀ ਵੀ ਉਹ ਪਾਣੀ ਕਿਵੇਂ ਚੁੱਕਦਾ ਟਿਊਬਵੈੱਲ ਜਿਹੜਾ ਹੈ। ਕਈ ਵਾਰੀ ਅੱਧਾ ਘੰਟਾ ਉਹਨੂੰ ਵਾਰ-ਵਾਰ ਖਾਲੀ ਚਲਾਉਣਾ ਪੈਂਦਾ ਹੈ, ਵਾਰ-ਵਾਰ ਖਾਲੀ ਚਲਾਉਣਾ ਪੈਂਦਾ ਹੈ। ਤੇ ਜਦੋਂ ਵਾਰ-ਵਾਰ ਖਾਲੀ ਚਲਾ ਕੇ ਉਹਦੀ ਆਪਾਂ ਹਵਾ ਕਢਾਉਂਦੇ ਆ ਤੇ ਉਹ ਪਾਣੀ ਥੋੜਾ ਉੱਪਰ ਆਉਂਦਾ ਜਾਂਦਾ ਹੈ। ਇੱਕ ਸਮਾਂ ਐਸਾ ਆਉਂਦਾ ਹੈ ਕਿ ਉਹ ਪਾਣੀ ਨੂੰ ਚੁੱਕ ਕੇ ਜਾਰੀ ਕਰ ਦਿੰਦਾ, ਟਿਊਬਵੈੱਲ ਜਿਹੜਾ ਹੈ ਆਉਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਗੁਰਸਿੱਖ ਕਦੀ ਨਾ ਸੋਚੇ ਵੀ ਰਸ ਨਹੀਂ ਆਉਂਦਾ ਤੇ ਜਪਾਂ ਕਿਉਂ, ਧਿਆਨ ਨਹੀਂ ਟਿਕਦਾ ਤੇ ਜਪਾਂ ਕਿਉਂ। ਖਾਲੀ ਜਪਾਂਗੇ ਤੇ ਇੱਕ ਦਿਨ ਭਰਿਆ ਵੀ ਆ ਜਾਏਗਾ। ਅਜੇ ਖਾਲੀ ਰਸਨਾ ਜਪ ਰਹੀ, ਕੁਝ ਵੀ ਨਹੀਂ, ਨਾ ਰਸ, ਨਾ ਧਿਆਨ ਟਿਕਦਾ, ਨਾ ਮਨ। ਪਰ ਹਜੂਰ ਕਹਿੰਦੇ ਗੇੜੀ ਜਾ ਇਸ ਨੂੰ, ਚਲਾਈ ਜਾ ਇਸ ਨੂੰ। ਹਾਂ, ਇੱਕ ਖਿਆਲ ਰੱਖੀ, ਤਰੀਕੇ ਨਾਲ, ਢੰਗ ਨਾਲ, ਜੁਗਤ ਨਾਲ। ਔਰ ਇੱਥੇ ਜੁਗਤ ਦੇ ਅਰਥ ਫਿਰ ਹੋਰ ਕੁਝ ਨਾ ਕੱਢਨੇ। ਜੁਗਤ ਦੇ ਅਰਥ ਨੇ ਤੇਰੀ ਨੀਂਦ, ਤੇਰਾ ਸੌਣਾ ਔਰ ਜਾਗਣਾ, ਵੇਖਣਾ, ਸੁਣਨਾ, ਬੋਲਣਾ, ਖਾਣਾ ਪੀਣਾ ਤੇ ਕਿਰਤ, ਇਹ ਸਾਰੀਆਂ ਗੁਰੂ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਨੇ। ਇਹਨੂੰ ਕਹਿੰਦੇ ਨੇ ਜਪਣਾ। ਹੋਰ ਜਪਣ ਦੀਆਂ, ਬੋਲਣ ਦੀਆਂ ਕੋਈ ਬਹੁਤੀਆਂ ਜੁਗਤਾਂ ਨਹੀਂ ਸਿੱਖੀ ਵਿੱਚ। ਅਸੀਂ ਜੁਗਤਾਂ ਕਹੀ ਜਾਂਦੇ ਹਾਂ, ਕੰਮ ਬੰਦੇ ਦੇ ਵੇਖੋ ਕਰਦਾ ਕੀ ਹੈ। ਬਹਿੰਦਾ ਬਿਲਕੁਲ ਸਿੱਧਾ, ਪਰ ਬਾਜ਼ਾਰ ਵਿੱਚ ਇੰਨਾ ਟੇਢੇ ਕੰਮ ਕਰਦਾ, ਉਹ ਸਿੱਧਾ ਬਹਿ ਕੇ ਰੀੜ ਦੀ ਹੱਡੀ ਕੀ ਕਰੇਗੀ ਉਸਦਾ, ਕਿੱਥੇ ਧਿਆਨ ਲਾਏਗੀ ਉਸਦਾ। ਅਸੀਂ ਕਹਿੰਦੇ ਫਲਾਣਾ ਬੰਦਾ ਜੀ ਜਿਉਂ ਬਹਿੰਦਾ ਹਿੱਲਦਾ ਹੀ ਨਹੀਂ, ਚਲੋ ਚੰਗੀ ਗੱਲ ਹੈ, ਮੈਂ ਇਹਦੇ ਵਿਰੋਧ ਵਿੱਚ ਨਹੀਂ ਹਾਂ ਕਿ ਚੰਗੀ ਤਰ੍ਹਾਂ ਬਹਿਣਾ, ਚੰਗੀ ਤਰ੍ਹਾਂ ਕਰਨਾ ਬਹੁਤ ਚੰਗੀ ਗੱਲ ਹੈ। ਪਰ ਇਹ ਖਿਆਲ ਰੱਖੋ, ਜੇ ਸਿਰਫ ਜਪਣ ਦੀ ਜੁਗਤ ਸਾਡੇ ਕੋਲ ਹੋਈ, ਜੀਵਨ ਦੀ ਜੁਗਤ ਨਾ ਹੋਈ, ਜਪਣ ਦੀ ਜੁਗਤ ਨੇ ਕੰਮ ਨਹੀਂ ਕਰਨਾ। ਦੋ ਜੁਗਤਾਂ ਨੇ, ਜਪ ਜੁਗਤ ਔਰ ਜੀਵਨ ਜੁਗਤ। ਜਪ ਜੁਗਤ ਦਾ ਅਰਥ ਤੁਸੀਂ ਬੋਲ ਕਿਵੇਂ ਰਹੇ ਹੋ, ਇਹ ਵੀ ਇੱਕ ਚੰਗੀ ਚੀਜ਼ ਹੈ, ਕਿਵੇਂ ਬੋਲਣਾ ਹੈ। ਔਰ ਸਿੱਖ ਨੂੰ ਜਪ ਜੁਗਤ ਦੱਸੀ, ਬੋਲ ਸਹਿਜੇ ਬੋਲ ਤੇ ਉਹਨੂੰ ਸੁਣ ਪਿਆਰ ਨਾਲ, ਇਹ ਜੁਗਤ ਦੱਸੀ। ਸਰੀਰ ਨੂੰ ਆਲਸ ਤੋਂ ਰਹਿਤ ਰੱਖ, ਸਰੀਰ ਨੂੰ ਸਵੱਛ ਰੱਖ, ਭੋਜਨ ਹਲਕਾ ਕਰ, ਸਰੀਰ ਹੌਲਾ ਹੋਣਾ ਚਾਹੀਦਾ ਹੈ। ਜਿੱਥੇ ਤੂੰ ਬਹਿ ਕੇ ਜਪਣਾ ਉੱਥੇ ਕੋਈ ਬਹੁਤਾ ਰੌਲਾ ਗੋਲਾ ਨਹੀਂ ਹੋਣਾ ਚਾਹੀਦਾ। ਇਹ ਹੈ ਜਪ ਜੁਗਤ, ਬੜੀਆਂ ਜ਼ਰੂਰੀ ਨੇ, ਇਹਦੇ ਤੋਂ ਬਿਨਾਂ ਨਹੀਂ। ਇਹ ਨਹੀਂ ਵੀ ਆਪਾਂ ਇੱਕ ਹੱਥ ਵਿੱਚ ਕੰਡੇ ਤੇ ਸੌਦਾ ਤੋਲੀ, ਉਹਨੇ ਦੂਜੇ ਹੱਥ ਵਿੱਚ ਗੁਟਕਾ ਫੜਿਆ ਸੁਖਮਣੀ ਸਾਹਿਬ ਦਾ, ਕੀ ਜੀ ਅੱਠੇ ਪੈਰ ਨਾਮ ਜਪਣੇ ਆ। ਉਹ ਸੌਦੇ ਵਾਲੇ ਸਾਰੇ ਹੱਥ ਮੈਲੇ ਗੁਟਕੇ ਨੂੰ ਲਾਏ ਨੇ, ਉਹਦੇ ਪੇਜ ਕਾਲੇ ਹੋਏ ਪਏ ਨੇ। ਇਹਦੇ ਨਾਲੋਂ ਆਪਾਂ ਸਿੱਧਾ ਸਤਨਾਮ ਵਾਹਿਗੁਰੂ ਨਹੀਂ ਕਹਿ ਸਕਦੇ ਜਪਣਾ। ਤੇ ਬਾਣੀ ਦਾ ਵੀ ਕੋਈ ਸਿਧਾਂਤ ਹੈ ਪੜਨ ਦਾ, ਇਹ ਤੇ ਨਹੀਂ ਵੀ ਦੌੜੇ ਦੌੜੇ ਆਏ ਇੱਧਰੋਂ ਅਲਮਾਰੀ ਵਿੱਚੋਂ। ਗੁਰਦੁਆਰਿਆਂ ਵਿੱਚ ਵੀ ਇਹ ਕੁਝ ਹੁੰਦਾ ਹੈ, ਲੋਕ ਇੱਧਰੋਂ ਗੁਟਕਾ ਫੜਦੇ ਨੇ, ਉਧਰੋਂ ਧਰਤੀ ਤੇ ਹੱਥ ਮਲਦੇ ਨੇ, ਉਧਰੋਂ ਆਪਣਾ ਨੱਕ ਵਿੱਚ ਉਂਗਲ ਪਾ ਲੈਂਦੇ, ਉਹ ਕੰਨ ਵਿੱਚ, ਉਧਰੋਂ ਗੁਟਕੇ ਨੂੰ ਲਾਈ ਜਾਂਦੇ ਨੇ।
ਗੁਰਬਾਣੀ ਪੜਨ ਦਾ ਇੱਕ ਤਰੀਕਾ ਹੈ, ਤਾਂ ਉਹ ਲਾਭਦਾਇਕ ਹੈ। ਠੀਕ ਹੈ, ਸਾਡੇ ਤੋਂ ਨਹੀਂ ਹੁੰਦਾ, ਸਾਡਾ ਸਰੀਰ ਕੰਮ ਨਹੀਂ ਦਿੰਦਾ, ਸਿੱਧਾ ਜਪ ਲਓ, ਛੋਟੇ ਸ਼ਬਦ ਨੇ, ਛੋਟਾ ਗੁਰਮੰਤਰ ਹੈ, ਮੂਲ ਮੰਤਰ ਹੈ, ਉਹਦਾ ਕਰੋ। ਇਹਦੀ ਇੱਕ ਜੁਗਤ ਹੈ। ਪਰ ਤੁਸੀਂ ਹੈਰਾਨ ਹੋਵੋਗੇ, ਗੁਟਕਿਆਂ ਤੱਕ ਸੀਮਤ ਨਹੀਂ। ਤੁਸੀਂ ਕਈ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਖਣਾ ਜਾ ਕੇ, ਜਿੱਥੇ ਪਾਠ ਚੱਲਦੇ ਨੇ, ਜਿੱਥੋਂ ਫੜ ਕੇ ਪੇਜ ਅੰਕ ਬਦਲਣਾ ਹੁੰਦਾ ਹੈ, ਉਹ ਥਾਂ ਕਾਲੇ ਹੋਏ ਹੁੰਦੇ ਨੇ। ਕਾਲੇ ਕਿਉਂ ਨੇ? ਕਿ ਜਿਹੜਾ ਪਾਠੀ ਸਿੰਘ ਪਾਠ ਕਰਦਾ ਹੈ, ਉਹ ਆਪਣੇ ਹੱਥ ਚੰਗੀ ਤਰ੍ਹਾਂ ਨਹੀਂ ਧੋਂਦਾ। ਉਹ ਸਾਫ਼ ਕਰਕੇ ਨਹੀਂ ਆਇਆ, ਜਿਵੇਂ ਦਾ ਆਇਆ ਉੱਥੋਂ ਥੋੜਾ ਜਿਹਾ ਪਾਣੀ ਉੱਪਰੋਂ ਦੀ ਵਹਾਇਆ ਜੀ ਬਸ। ਤੇ ਜਿੱਥੋਂ ਪੇਜ ਪੜਨਾ, ਤੁਸੀਂ ਕਈ ਵਾਰੀ ਵੇਖੋਗੇ ਆ ਸੱਜੀ ਸਾਈਡ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਮੈਲੀ ਹੋਈ ਹੋਵੇਗੀ। ਇਹ ਤੇ ਅਸੀਂ ਕਰ ਸਕਨੇ ਹਾਂ ਨਾ, ਇਹਨੂੰ ਕਰਮਕਾਂਡ ਨਹੀਂ ਕਹਿ ਸਕਦੇ। ਇਹ ਕਰਮਕਾਂਡ ਨਹੀਂ ਵੀ ਆਪਾਂ ਸਫਾਈ ਰੱਖੀਏ ਤੇ ਕਰਮਕਾਂਡ ਹੋਵੇਗਾ। ਸਫਾਈ ਜ਼ਰੂਰੀ ਹੈ ਸਿੱਖ ਵਾਸਤੇ, ਘੱਟੋ ਘੱਟ ਬਾਹਰ ਦੀ ਤੇ ਹੋਵੇ, ਤਾਂ ਪਤਾ ਲੱਗੇ ਅੰਦਰ ਮੈਲ ਕਿੱਥੇ ਵੇ। ਜੇ ਬਾਹਰ ਵੀ ਮੈਲਾ ਹੋਇਆ ਤੇ ਅੰਦਰ ਕਿੱਥੋਂ ਪਤਾ ਲੱਗਣਾ ਹੈ। ਕੁਝ ਸਿਧਾਂਤ ਨੇ, ਉਹਨਾਂ ਨੂੰ ਪਾਲਣਾ ਪਏਗਾ, ਉਹਦੇ ਤੋਂ ਬਿਨਾਂ ਨਹੀਂ। ਇਸ ਕਰਕੇ ਭਰਮਣ ਇੱਕ ਜਪ ਜੁਗਤ ਹੈ। ਜਪਣਾ ਕਿਵੇਂ ਹੈ? ਪਰ ਕੱਲੀ ਜਪ ਜੁਗਤ ਦੇ ਉੱਤੇ ਆਧਾਰਿਤ ਨਾ ਰਹਿਣਾ। ਇੱਕ ਜੀਵਨ ਜੁਗਤ ਹੈ ਕਿ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਸਾਰ ਨਾਲ ਵਿਹਾਰ ਕਿਵੇਂ ਕਰਨਾ ਹੈ, ਸੰਸਾਰ ਨੂੰ ਵੇਖਣਾ ਕਿਵੇਂ, ਸੰਸਾਰ ਨਾਲ ਬੋਲਣਾ ਕਿਵੇਂ ਹੈ, ਸੌਦਾ ਕਿਵੇਂ ਤੋਲਣਾ ਹੈ, ਵਾਹੀ ਕਿਵੇਂ ਕਰਨੀ ਹੈ, ਦਫ਼ਤਰ ਵਿੱਚ ਕਿਵੇਂ ਬਚਣਾ ਰਿਸ਼ਵਤ ਤੋਂ। ਇਹ ਹੈ ਜੀਵਨ ਜੁਗਤ। ਜਿਸ ਥਾਂ ਤੇ ਜੀਵਨ ਜੁਗਤ ਤੇ ਜਪ ਜੁਗਤ ਇਕੱਠੀਆਂ ਹੁੰਦੀਆਂ ਨੇ, ਉੱਥੋਂ ਨਾਮ ਦੀ ਸ਼ੁਰੂਆਤ ਹੁੰਦੀ ਹੈ, ਉੱਥੋਂ ਨਾਮ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਕਈ ਜਨਮ ਹੋ ਗਏ, ਜਨਮ ਜਨਮ ਭਰਮਤ ਫਿਰਿਓ। ਕੀ ਹੋਇਆ ਇਹਨਾਂ ਜਨਮਾਂ ਵਿੱਚ? ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮਿਟਿਓ ਨਾ ਜਮ ਕੋ ਤਰਾਸ। ਵਾਰ-ਵਾਰ ਅਸੀਂ ਜਮਾਂ ਦੀ ਗਰਾਹੀ ਬਣ ਗਏ, ਮੌਤ ਦੀ ਗਰਾਹੀ ਬਣੇ। ਔਰ ਜਿੰਨਾ ਚਿਰ ਅਸੀਂ ਮੌਤ ਤੋਂ ਪਾਰ ਨਾ ਗਏ, ਉਹਨਾਂ ਚਿਰ ਦੁੱਖ ਬਣਿਆ ਰਿਹਾ। ਵਾਰ-ਵਾਰ ਮੌਤ ਹੁੰਦੀ ਰਹੀ, ਵਾਰ-ਵਾਰ ਜਨਮ ਹੁੰਦਾ ਰਿਹਾ। ਇਸ ਕਰਕੇ ਮੌਤ ਤੋਂ ਪਹਿਲਾਂ ਹੀ ਕੋਈ ਮਰ ਜਾਏ ਤਾਂ ਉਸ ਨੂੰ ਇੱਕ ਨਵਾਂ ਜੀਵਨ ਮਿਲ ਸਕਦਾ ਹੈ। ਸਰੀਰ ਹੋਵੇ ਤੇ ਜੀਵਨ ਇਸ ਤਰ੍ਹਾਂ ਹੋ ਜਾਏ ਕਿ ਜਿਵੇਂ ਮੌਤ ਹੋ ਗਈ। ਔਖਾ ਹੈ ਨਾ ਥੋੜਾ ਜਿਹਾ, ਵੱਡਾ ਬਹੁਤ ਹੈ। ਜਿੰਨਾ ਕੋਈ ਕਾਰਜ ਔਖਾ, ਉਹਨਾਂ ਉਹਦਾ ਪੋਸਟ ਉਹਦੀ ਵੱਡੀ ਹੈ। ਮਰਨ ਤੋਂ ਪਹਿਲਾਂ ਕੋਈ ਮਰੇ ਔਰ ਜੀਵਨ ਦੀ ਪ੍ਰਾਪਤੀ ਕਰ ਲਵੇ। ਮਰਨ ਤੋਂ ਪਹਿਲਾਂ ਮਰਨ ਦੇ ਅਰਥ ਨੇ ਜਿਵੇਂ ਇੱਕ ਮੁਰਦਾ ਪਿਆ, ਕੌਣ ਲੰਘਿਆ ਕੋਲੋਂ ਕੋਈ ਪਤਾ ਨਹੀਂ, ਕਿਸੇ ਨੇ ਕੀ ਬੋਲਿਆ ਕੋਈ ਪਤਾ ਨਹੀਂ ਹੈ। ਇਹਨਾਂ ਚੀਜ਼ਾਂ ਤੋਂ ਜਿਹੜਾ ਪਾਰ ਚਲਾ ਗਿਆ, ਉਹ ਮਰਨ ਤੋਂ ਪਹਿਲਾਂ ਇੱਕ ਸਵਾਦਲੀ ਮੌਤ ਵਿੱਚੋਂ ਲੰਘਿਆ। ਉਹਦੇ ਤੋਂ ਬਿਦਾ ਉਹਦੇ ਵਿੱਚੋਂ, ਉਸ ਮੌਤ ਵਿੱਚੋਂ ਉਹਦਾ ਇੱਕ ਐਸਾ ਜਨਮ ਹੋਇਆ ਪਰਤ ਕੇ। ਉਸ ਦਿਨ ਕਿਸੇ ਧਾਰਮਿਕ ਬੰਦੇ ਨੂੰ ਅਹਿਸਾਸ ਹੁੰਦਾ ਧਰਮ ਕੀ ਹੈ, ਜਦੋਂ ਮੌਤ ਨੂੰ ਪਾਰ ਕਰ ਜਾਂਦਾ। ਫਿਰ ਉਹਨੂੰ ਸਮਝ ਆਉਂਦੀ ਵੱਖਰਾ ਕੀ ਹੈ ਧਰਮ ਦੇ ਵਿੱਚ, ਸੰਸਾਰ ਨਾਲੋਂ ਕੀ ਹੈ ਵਿਸ਼ੇਸ਼ਤਾ। ਉਦਣ ਹੀ ਉਹ ਪੂਰਾ ਨਿਰਭੈ ਹੋ ਜਾਏਗਾ। ਸਾਰੇ ਸ਼ੰਕੇ ਗਏ, ਡਰ ਦੁੱਖ, ਕਿਉਂਕਿ ਡਰ ਕਾਹਦਾ ਹੈ, ਮੈਂ ਮਿਟ ਨਾ ਜਾਵਾਂ। ਤਾਂ ਉਹ ਭਰਮ ਟੁੱਟਣ ਦੀ ਦੇਰ ਸੀ ਕਿ ਇਹ ਅਗਿਆਨ ਦਾ ਗੁਬਾਰ ਜਿਹੜਾ ਸੀ ਹਟਿਆ ਕਿ ਮੌਤ ਤੇ ਹੈ ਹੀ ਕੋਈ ਨਹੀਂ। ਪਰ ਇਹ ਸਿਰਫ ਗਿਆਨ ਦੀਆਂ ਘਟਨਾਵਾਂ ਨਹੀਂ, ਵਾਚਕ ਗਿਆਨ ਨਹੀਂ ਹੈ। ਇਹ ਪ੍ਰਤੀਤੀ ਗਿਆਨ ਹੈ ਤੀਸਰਾ। ਜਿਵੇਂ ਕਿ ਵਾਚਕ ਗਿਆਨ, ਕਾਲਪਨਿਕ ਗਿਆਨ ਤੇ ਪ੍ਰਤੀਤੀ ਗਿਆਨ। ਇਹਦੇ ਨਾਲ ਉਹ ਜਮਾ ਦੇ ਤਰਾਸ ਤੋਂ ਉੱਚਾ ਉੱਠ ਗਿਆ। ਪਰ ਜੇ ਇਹ ਨਹੀਂ ਤਾਂ ਸਤਿਗੁਰੂ ਕਹਿੰਦੇ ਜਮਾ ਦਾ ਤਰਾਸ ਨਹੀਂ ਮਿਟਿਆ। ਫਿਰ ਅੱਗੇ ਬਚਨ ਕਹਿੰਦੇ, ਕਹੋ ਨਾਨਕ ਹਰ ਭਜ ਮਨਾ। ਹੇ ਮੇਰੇ ਮਨ, ਤੂੰ ਉਸ ਵਾਹਿਗੁਰੂ ਨੂੰ ਭਜ, ਹਰ ਨੂੰ ਭਜ। ਹਰ ਦਾ ਅਰਥ ਹੈ ਪਰਮਾਤਮਾ। ਇਹਦੇ ਵਿੱਚ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਉਹ ਸਾਰੇ ਨਾਮਾਂ ਦੇ ਤੱਤ ਉਹਦੇ ਵਿੱਚ ਪਏ ਹੋਏ ਨੇ। ਇੰਨਾ ਫਰਕ, ਕਈ ਲੋਕ ਕਹਿੰਦੇ ਨੇ ਹਰ ਵੀ ਵਿੱਚ ਲਿਖਿਆ, ਰਾਮ ਵੀ ਲਿਖਿਆ। ਕੱਲੇ ਕੱਲੇ ਨੂੰ ਜਪੋਗੇ ਕਿ ਸਾਰੇ ਇਕੱਠੇ ਜਪਣੇ ਨੇ? ਹਰ ਸ਼ਬਦ ਵਾਹਿਗੁਰੂ ਦਾ ਇੱਕ ਹਿੱਸਾ ਹੈ, ਤੱਤ ਹੈ ਉਹਦਾ। ਜਿਵੇਂ ਦੋ ਸ਼ਬਦ ਨੇ ਨਾ, ਹਾ, ਇਹ ਹਾ ਸ਼ਬਦ ਵੀ ਵਾਹਿਗੁਰੂ ਦੇ ਵਿੱਚ ਹੈ, ਰਾ ਸ਼ਬਦ ਵੀ ਵਾਹਿਗੁਰੂ ਦੇ ਵਿੱਚ ਹੈ। ਹਾ ਸ਼ਬਦ
ਹਿਰਦੇ ਨਾਲ ਸੰਬੰਧਿਤ ਹੈ, ਰਾਰਾ ਸ਼ਬਦ ਰਸਨਾ ਨਾਲ ਸੰਬੰਧਿਤ ਹੈ। ਇਹ ਉਹਦਾ ਹੀ ਇੱਕ ਰੂਪ ਉਹਦੇ ਵਿੱਚੋਂ ਕੱਢਿਆ ਗਿਆ ਛੋਟਾ ਕਰਕੇ। ਵਾਹਿਗੁਰੂ ਸ਼ਬਦ ਜਿਹੜਾ ਹੈ ਉਹਦੇ ਅਰਥ ਨੇ ਸਮੂਹਿਕ ਨਾਮਾਂ ਨੂੰ ਇਕੱਤਰ ਕਰਕੇ ਇੱਕੋ ਥਾਂ ਤੇ ਸਭ ਤੋਂ ਪਾਵਰਫੁਲ ਹੈ, ਸਭ ਤੋਂ ਸ਼ਕਤੀਸ਼ਾਲੀ ਹੈ। ਉਸ ਨੂੰ ਕਹਿ ਰਹੇ ਨੇ ਤੂੰ ਉਸ ਹਰ ਨੂੰ, ਉਸ ਵਾਹਿਗੁਰੂ ਨੂੰ, ਉਸ ਅਕਾਲ ਪੁਰਖ ਨੂੰ ਜਪਣਾ ਕਰ। ਫਿਰ ਉਹਦੇ ਨਾਲ ਕੀ ਹੋਵੇਗਾ? ਕਹਿੰਦੇ ਨਿਰਭੈ ਪਾਵਹਿ ਬਾਸ। ਬਾਸ ਦੇ ਅਰਥ ਨੇ ਨਿਵਾਸ। ਇੱਕ ਐਸਾ ਨਿਵਾਸ, ਐਸੀ ਥਾਂ ਤੈਨੂੰ ਮਿਲ ਜਾਏਗੀ ਜਿੱਥੇ ਨਿਰਭੈਤਾ ਹੈ, ਜਿੱਥੇ ਡਰ ਨਹੀਂ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਕੀ ਹੈ ਰਸਤੇ ਦੀ ਰੁਕਾਵਟ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਯਤਨ ਬੜੇ ਕੀਤੇ ਨੇ, ਯਤਨ ਕਰ ਕਰਕੇ ਵਿੱਚੋਂ ਦੀ ਲੰਘੇ। 25-26 ਸਾਲ ਇਹਦਾ ਅਭਿਆਸ ਕੀਤਾ। ਕਿੱਥੇ ਹੈ ਰੋਗ ਅੰਦਰ? ਉਹ ਤੇ ਪਾਰ ਹੀ ਸਨ ਪਹਿਲਾਂ, ਪਰ ਉਹ ਵਿੱਚ ਆਏ ਸਾਡੇ ਤੇ ਵਿੱਚੋਂ ਫਿਰ ਨਿਕਲੇ ਪਾਰ। ਔਰ ਉਹਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੇਖ ਦੇਖ ਕੇ ਬਾਹਰ ਕੱਢ ਲਿਖੀ ਗਏ ਸ਼ਬਦਾਂ ਵਿੱਚ ਵੀ ਇੱਥੇ ਰੁਕਾਵਟ, ਇੱਥੇ ਰੁਕਾਵਟ। ਮਾਨ ਰੁਕਾਵਟ ਹੈ। ਇਸ ਕਰਕੇ ਕਹਿੰਦੇ ਸਾਧੂ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਿਸ ਭਾਗੋ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਮਨ ਵਿੱਚ ਮਾਨ, ਬਰੀਕ ਹੰਕਾਰ, ਸੂਖਸ਼ਮ ਹੰਕਾਰ। ਕਹਿੰਦੇ ਯਤਨ ਕੀਤਿਆਂ ਵੀ ਨਹੀਂ ਮਿਟਿਆ। ਕਿੰਨਾ ਦਾ ਮਿਟਿਆ? ਜਿਨ੍ਹਾਂ ਨੇ ਅਰਦਾਸ ਕੀਤੀ ਤੇ ਗੁਰੂ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਅਰਦਾਸ ਰਸਤਾ ਦੱਸਿਆ, ਅਰਦਾਸ ਕਰ, ਤੇਰਾ ਯਤਨ ਨਹੀਂ ਚੱਲੇਗਾ। ਅਰਦਾਸ ਦੀ ਜੇ ਜੁਗਤ ਪੂਰੀ ਹੋ ਗਈ ਤਾਂ ਗੁਰੂ ਦੀ ਸ਼ਕਤੀ ਸਿੱਖ ਕੋਲ ਆਈ। ਉਹਦੇ ਨਾਲੇ ਮਾਣ, ਉਹਦੇ ਨਾਲੇ ਵਿਕਾਰ ਜਿੱਤੇ ਜਾ ਸਕਦੇ ਨੇ, ਆਪਣੇ ਬਲ ਨਾਲ ਨਹੀਂ। ਪਰ ਅਰਦਾਸ ਦੀ ਸ਼ਕਤੀ ਪੈਦਾ ਕਰਨੀ ਇਹ ਸਿੱਖ ਦਾ ਕਾਰਜ ਹੈ। ਅਰਦਾਸ ਦੀ ਜਿਹੜੀ ਭੂਮਿਕਾ ਹੈ, ਉਹਦੀ ਜਿਹੜੀ ਪਰੰਪਰਾ ਹੈ, ਉਹਨੂੰ ਪਾਲਣਾ ਸਿੱਖ ਦਾ ਕਰਮ ਹੈ। ਇਸ ਕਰਕੇ ਕਹਿੰਦੇ ਹੇ ਪ੍ਰਭੂ, ਦੁਰਮਤ ਵਿੱਚ, ਵਿਕਾਰਾਂ ਵਿੱਚ ਮੈਂ ਡਿੱਗਿਆ ਹੋਇਆ, ਆਪ ਕਿਰਪਾ ਕਰਕੇ ਹੇ ਭਗਵਾਨ ਰੱਖ ਲਓ, ਬਖਸ਼ਿਸ਼ ਕਰੋ। ਸਤਿਗੁਰੂ ਇਹ ਬਚਨ ਕਹਿ ਰਹੇ ਨੇ। ਸੋ ਅਗਲੇ ਬਚਨ ਫਿਰ ਆਪਾਂ